ਸਾਡੀ ਲਾਈਨ 'ਚ ਪੰਜਾਬ ਤੋਂ ਪੰਜਾਬ ਦੀ ਸਾਡੇ ਸਮਾਜ ਦੀ ਧੀ ਲਵਪ੍ਰੀਤ ਕੌਰ ਹਾਜ਼ਰ ਨੇ। ਲਵਪ੍ਰੀਤ, ਤੁਸੀਂ ਬੜੇ ਦੁਖੀ ਹਿਰਦੇ ਨਾਲ ਸਾਡੇ ਤੱਕ ਅਪਰੋਚ ਕੀਤੀ ਹੈ ਔਰ ਅਸੀਂ ਤੁਹਾਡਾ ਦੁੱਖ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਰਹੇ ਹਾਂ। ਸਾਡਾ ਫਰੀडम ਅਪ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਲਿਆਉਣ ਤੋਂ ਪਹਿਲਾਂ ਆਗਿਆ ਲੈ ਰਹੇ ਹਾਂ। ਔਰ ਲਵਪ੍ਰੀਤ, ਤੁਹਾਨੂੰ ਅਸੀਂ ਲਾਈਵ ਬ੍ਰੌਡਕਾਸਟ ਵਿੱਚ ਹਰ ਟੈਕਨੋਲੋਜੀ ਤੇ ਤੁਹਾਨੂੰ ਭੇਜ ਰਹੇ ਹਾਂ। ਤੁਸੀਂ ਸਾਨੂੰ ਆਗਿਆ ਦੇ ਰਹੇ ਹੋ ਇੰਟਰਵਿਊ ਕਰਨ ਦੀ। ਓਕੇ ਸਰ। ਸੋ ਇਹ ਨੇ ਲਵਪ੍ਰੀਤ, ਤੁਹਾਡਾ ਡਿਸਟ੍ਰਿਕਟ ਲੁਧਿਆਣਾ ਤੇ ਪਿੰਡ ਦਾ ਨਾਂ ਤੁਸੀਂ ਪ੍ਰੋਨਾਉਂਸ ਕਰੋਗੇ, ਉਚਾਰਨ ਕਰੋਗੇ, ਕੀ ਨਾਮ ਹੈ ਪੂਰਾ? ਹਾਂਜੀ ਸਰ, ਸਾਡੇ ਪਿੰਡ ਦਾ ਨਾਮ ਹੈਗਾ ਕਾਲਸਾ। ਕਾਲਸਾ, ਇਹ ਕਿਹੜੇ ਤਹਿਸੀਲ ਦੇ ਵਿੱਚ ਆ? ਇਹਦੇ ਲਾਗੇ ਕੋਈ ਛੋਟਾ ਵੱਡਾ ਪਿੰਡ ਹੋਰ ਕਿਹੜਾ ਆ? ਸਰ ਰਾਏਕੋਟ ਦੇ ਕੋਲੇ ਹੈ ਕਾਲਸਾ। ਰਾਏਕੋਟ, ਬੱਸੀਆਂ ਲਾਗੇ? ਹਾਂਜੀ ਹਾਂਜੀ। ਬੱਸੀਆਂ ਤੁਹਾਡੇ ਲਾਗੇ ਆ? ਹਾਂਜੀ ਸਰ, ਹਾਂਜੀ। ਆਈ ਸੀ। ਸੋ ਤੁਹਾਡੀ ਤਹਿਸੀਲ ਜਿਹੜੀ ਰਾਏਕੋਟ ਹੈ। ਹਾਂਜੀ। ਲਵਪ੍ਰੀਤ, ਤੁਹਾਡੀ ਉਮਰ ਕਿੰਨੀ ਹੈ? ਸਰ ਮੇਰੀ ਉਮਰ ਹੈਗੀ ਹੈ 22। 22 ਸਾਲ ਦੇ ਹੋ ਤੁਸੀਂ। ਤੁਹਾਡੀ ਸ਼ਾਦੀ ਕਿਹੜੇ ਸਾਲ 'ਚ ਹੋਈ? ਹਾਂਜੀ ਸਰ, ਮੇਰੀ ਸ਼ਾਦੀ 2018 ਦੇ ਵਿੱਚ ਹੋਈ ਸੀ। 2018 ਵਿੱਚ ਹੋਈ? ਹਾਂਜੀ। ਤੁਸੀਂ ਇਟ ਮੀਨਸ ਕਿ 18 ਸਾਲ ਤੋਂ ਘੱਟ ਸੀ ਜਦੋਂ ਸ਼ਾਦੀ ਹੋਈ? ਨਹੀਂ ਸਰ, ਮੈਂ 18 ਸਾਲ ਤੋਂ ਘੱਟ ਨਹੀਂ ਸੀਗੀ ਸਰ, ਮੈਨੂੰ ਉਦੋਂ 19 ਸਾਲ ਲੱਗਿਆ ਦਾ ਸੀਗਾ। ਅੱਛਾ, 18 ਸਾਲ ਪੂਰੇ। ਤੁਸੀਂ 22 ਸਾਲ ਦੇ ਹੋ? 22 ਜਾਂ 23 ਸਾਲ ਦੇ ਹੋ? ਸਰ ਹੁਣ ਮੈਂ 22 ਸਾਲ ਦੀ ਹਾਂ। ਅੱਛਾ, 22 ਸਾਲ ਦੇ ਹੋ। ਤੁਹਾਡੀ ਜਿਹੜੀ ਸ਼ਾਦੀ ਹੋਈ ਹੈ ਉਹ ਫੇਸਬੁੱਕ ਤੇ ਜਾਂ ਰਿਲੇਟਿਵ ਨੇ ਕੀਤੀ ਜਾਂ ਕਿਵੇਂ ਤੁਸੀਂ ਕੀਤੀ ਸ਼ਾਦੀ? ਨਹੀਂ ਸਰ, ਮੇਰੀ ਮੈਰਿਜ ਸੀਗੀ ਜਿਹੜੀ ਅਸੀਂ ਨਿਊਜ਼ਪੇਪਰ 'ਚ ਦੇਖ ਕੇ ਕੀਤੀ ਸੀਗੀ। ਹਾਂਜੀ, ਨਿਊਜ਼ਪੇਪਰ 'ਚ ਸਰ। ਨਿਊਜ਼ਪੇਪਰ ਤੇ ਲੜਕੇ ਵਾਲਿਆਂ ਨੇ ਕਿਹਾ ਸੀਗਾ ਕਿ ਸਾਨੂੰ ਕੋਈ ਲੜਕੀ ਚਾਹੀਦੀ ਹੈ? ਹਾਂਜੀ। ਓਕੇ, ਤੁਸੀਂ ਲੜਕੇ ਦਾ ਤੇ ਲੜਕੇ ਦੇ ਪਿਤਾ ਦਾ ਨਾਮ ਨਹੀਂ ਲੈਣਾ ਅੱਜ। ਸਾਨੂੰ ਇਹ ਦੱਸ ਦਿਓ ਕਿ ਉਹ ਕਿਹੜਾ ਪਿੰਡ ਹੈ, ਤੁਹਾਡੇ ਸਹੁਰਾ ਪਿੰਡ ਕਿਹੜਾ ਆ ਅਤੇ ਉਹ ਲੜਕਾ? ਮੇਰੇ ਸਹੁਰਾ ਪਿੰਡ ਸਰ ਮੇਰਾ ਹੈਗਾ ਰਾਮਗੜ੍ਹ। ਰਾਮਗੜ੍ਹ? ਹਾਂਜੀ। ਇਹ ਕਿਹੜੇ ਜ਼ਿਲ੍ਹੇ 'ਚ ਪੈਂਦਾ? ਖੰਨੇ 'ਚ ਪੈਂਦਾ ਇਹ? ਸਰ ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ। ਅੱਛਾ, ਹੋ ਸਕਦਾ ਕਿ ਇਹ ਹਾਂਜੀ ਰਾਮ ਖੰਨਾ ਜਿਹੜਾ ਤਹਿਸੀਲ ਜਿਹੜੀ ਆ ਜਲੰਧਰ, ਸੌਰੀ ਜ਼ਿਲ੍ਹਾ ਕੀ ਪੁਲਿਸ ਦਾ ਹੋਰ ਹੁੰਦਾ। ਸੋ ਰਾਮਗੜ੍ਹ ਤੋਂ ਇਹ ਤੁਹਾਡਾ ਜਿਹੜਾ ਜਿਸ ਨਾਲ ਤੁਹਾਡੀ ਸ਼ਾਦੀ ਹੋਈ ਆ, ਇਹ ਲੜਕਾ ਕੈਨੇਡੀਅਨ ਬੋਰਨ ਹੈ? ਹਾਂਜੀ ਹਾਂਜੀ ਸਰ, ਇਹ ਕੈਨੇਡੀਅਨ ਦਾ ਬੋਰਨ ਆ ਲੜਕਾ। 1993 ਦਾ ਇਹਨਾਂ ਦਾ ਵਰਕ ਆ। ਸੋ ਇਹ ਰਹਿੰਦਾ ਕਿਹੜੇ ਸ਼ਹਿਰ ਵਿੱਚ ਹੈ? ਸਰ ਇਹ ਸਰੀ 'ਚ ਰਹਿ ਰਹੇ ਨੇ। ਸਰੀ ਵਿੱਚ ਰਹਿ ਰਹੇ ਨੇ। ਸੋ ਇਹ ਤੁਹਾਡੀ ਸ਼ਾਦੀ 2018 ਦੀ ਹੋਈ ਹੈ ਤੇ 2 ਸਾਲ ਹੋ ਗਏ ਨੇ। ਔਰ ਤੁਹਾਨੂੰ ਹਾਂਜੀ ਇਹ ਕਿਵੇਂ ਕਿਸ ਤਰ੍ਹਾਂ ਮੈਂ ਸਮਝ ਨਹੀਂ ਸਕਿਆ ਕਿ ਤੁਸੀਂ ਸ਼ਾਦੀ ਤੁਹਾਡਾ ਕਿੰਨਾ ਖਰਚਾ ਆਇਆ? ਸਰ ਸਾਡਾ ਸ਼ਾਦੀ ਤੇ ਟੋਟਲੀ 45 ਤੋਂ 50 ਲੱਖ ਤੱਕ ਹੋ ਗਿਆ ਖਰਚਾ। 45? ਸ਼ਾਦੀ ਕਰਾ ਕੇ ਇਹ ਲੜਕਾ ਕਿੰਨਾ ਸਮਾਂ ਰਿਹਾ? ਰਾਮਗੜ੍ਹ ਦਾ ਲੜਕਾ ਕਿੰਨਾ ਚਿਰ ਰਿਹਾ ਤੁਹਾਡੇ ਕੋਲ? ਸਰ 2 ਮਹੀਨੇ। 2 ਮਹੀਨੇ। ਤੁਸੀਂ ਠੀਕ ਠਾਕ ਆਪਣੀ ਜ਼ਿੰਦਗੀ ਸ਼ੁਰੂ ਕੀਤੀ? ਸ਼ੁਰੂਆਤ ਠੀਕ ਠਾਕ ਹੋਈ ਤੁਹਾਡੀ? ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ? ਨਹੀਂ ਸਰ, ਜੋ ਇੱਧਰ ਸੀਗਾ ਉਦੋਂ ਵੀ ਬਹੁਤ ਜ਼ਿਆਦਾ ਵੀ ਐਂ ਗਲਤ ਸੀਗਾ ਲੜਕਾ, ਵੀ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਸੀਗਾ, ਡਰਿੰਕ ਵਗੈਰਾ ਸੀ ਬਹੁਤ ਜ਼ਿਆਦਾ ਕਰਦਾ ਸੀਗਾ ਤੇ ਬਈ ਜਮਾ ਮੇਰੇ ਨਾਲ ਇੱਕ ਦਿਨ ਵੀ ਸਹੀ ਨਹੀਂ ਰਹੇ ਹੈਗੇ। ਸੋ ਜਦੋਂ ਤੁਹਾਡੀ ਸ਼ਾਦੀ ਹੋਈ ਹੈ ਕਿੰਨੇ ਦਿਨਾਂ ਬਾਅਦ ਤੁਹਾਨੂੰ ਕੁੱਟਣ ਲੱਗ ਪਿਆ? ਅਤੇ ਸ਼ਰਾਬ ਦਾ ਆਦੀ ਸੀ, ਔਰ ਕਿੰਨੇ ਦਿਨਾਂ ਬਾਅਦ ਤੁਹਾਨੂੰ? ਸਰ ਮੇਰੀ ਸ਼ਾਦੀ ਤੋਂ ਮੈਨੂੰ 3 ਦਿਨ ਬਾਅਦ ਕੁੱਟਣ ਲੱਗ ਗਿਆ ਸੀਗਾ। ਤੁਹਾਨੂੰ ਕੁੱਟਿਆ ਕਾਰਨ ਕੀ ਸੀਗਾ? ਤੁਹਾਡੇ ਕੋਲ ਕੋਈ ਐਸੀ ਗਲਤੀ ਹੋ ਗਈ ਹੋਵੇਗੀ? ਨਹੀਂ ਸਰ, ਗਲਤੀ ਕੋਈ ਨਹੀਂ ਸੀ ਹੋਈ ਤੇ ਸਰ ਬਸ ਝੂਠੇ ਇਲਜ਼ਾਮ ਲਾ ਰਹੇ ਸੀਗੇ ਵੀ ਇਹਨੂੰ ਮੁੰਡਿਆਂ ਦੇ ਫੋਨ ਆਉਂਦੇ ਨੇ ਤੇ ਇਹ ਮੁੰਡਿਆਂ ਨਾਲ ਮੈਸੇਜ ਤੇ ਗੱਲਾਂ ਕਰਦੀ ਹੈ, ਤਾਂ ਵੀ ਇਹ ਕੁੜੀ ਗਲਤ ਆ, ਵੀ ਇਹ ਆਈਟਾਂਗੀ ਜੇ ਆ ਬੋਆ। ਸਰ ਬਸ ਏਦਾਂ ਇਲਜ਼ਾਮ ਲਾਉਂਦੇ ਸੀਗੇ ਤੇ ਕਿਉਂਕਿ ਸਰ ਉਹ ਖੁਦ ਆਪ ਡਰਿੰਕ ਬਹੁਤ ਜ਼ਿਆਦਾ ਕਰਦਾ ਸੀਗਾ, ਡਰਿੰਕ ਦਾ ਆਦੀ ਸੀਗਾ, ਡੇਲੀ ਕਰਦਾ ਸੀ ਡਰਿੰਕ। ਸੋ ਤੁਹਾਨੂੰ ਕਿੰਨਾ ਕੁੱਟਿਆ ਮਾਰਿਆ? ਪੁਲਿਸ ਵੀ ਇਨਵੋਲਵ ਹੋਈ ਕਿ ਤੁਸੀਂ ਪੁਲਿਸ ਇਨਵੋਲਵ ਨਹੀਂ ਕੀਤੀ ਕਿ ਤੁਸੀਂ ਚਾਹੁੰਦੇ ਸੀ? ਨਹੀਂ ਸਰ, ਅਸੀਂ ਪੁਲਿਸ ਨੂੰ ਨਹੀਂ ਨਾਲ ਕੀਤਾ ਹੈਗਾ। ਸਰ ਵੈਸੇ ਤਾਂ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਸੀ ਸਰ। ਮੇਰੀ ਬੋਡੀ ਤੇ ਨਿਸ਼ਾਨ ਪਾਏ ਹੋਏ ਸੀਗੇ, ਮੈਂ ਨਿਸ਼ਾਨ ਵੀ ਦਿਖਾਏ ਆਪਦੇ ਪੇਰੈਂਟਸ ਨੂੰ। ਮੇਰੀ ਬੋਡੀ ਤੇ ਨਿਸ਼ਾਨ ਪਾਏ ਹੋਏ ਸੀਗੇ, ਮੈਨੂੰ ਕੁੱਟਦਾ ਸੀਗਾ। ਮੇਰਾ ਸਰ ਇੱਕ ਮੋਢੇ ਦਾ ਜਿਹੜਾ ਫ੍ਰੈਕਚਰ ਹੋ ਗਿਆ ਸੀਗਾ, ਮੋਢਾ ਨਹੀਂ ਸੀ ਮੇਰਾ ਕੁਛ ਵੀ ਕਰਦਾ ਤੇ ਹਿਲਦਾ ਨਹੀਂ ਸੀ, ਮੈਂ ਕੋਈ ਵੀ ਕੰਮ ਨਹੀਂ ਸੀ ਕਰ ਰਹੀ ਤਾਂ ਮੇਰੀ ਬੈਕ ਬਹੁਤ ਜ਼ਿਆਦਾ ਪੇਨ ਹੋ ਰਹੀ ਸੀਗੀ। ਤੂੰ ਦੱਸਿਆ ਸੀਗਾ ਆਪਣੇ ਸਹੁਰਾ ਸਾਹਿਬ ਨੂੰ, ਆਪਣੀ ਮਦਰ ਨਾਲ ਨੂੰ? ਸੱਸ ਜਿਹੜੀ ਹੁੰਦੀ ਹੈ ਮਾਂ ਹੁੰਦੀ ਹੈ, ਅਸਲੀ ਮਾਂ ਹੁੰਦੀ ਹੈ। ਤੂੰ ਦੱਸਿਆ ਸੀਗਾ ਕਿ ਲੜਕਾ ਜਦੋਂ ਕੁੱਟਦਾ ਸੀਗਾ ਉਹਦੇ ਘਰ ਵਿੱਚ ਹੋਰ ਵੀ ਕੋਈ ਮੈਂਬਰ ਹੁੰਦਾ ਸੀਗਾ? ਸਰ ਮੇਰੀ ਇਕੱਲੀ ਮਦਰ ਇਨ ਲਾ ਹੀ ਆਏ ਸੀਗੇ ਵਿਆਹ ਕਰਨ, ਮੇਰੇ ਫਾਦਰ ਇਨ ਲਾ ਨਹੀਂ ਸੀ ਆਏ। ਮਦਰ ਇਨ ਲਾ ਆਏ ਸੀ ਇਕੱਲੇ? ਹਾਂਜੀ ਹਾਂਜੀ, ਫਾਦਰ ਇਨ ਲਾ ਨਹੀਂ ਸੀ ਆਏ ਸਰ। ਮਦਰ ਇਨ ਲਾ ਨੇ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਹੋਰ ਭੈਣ ਭਰਾ ਹੈ ਇਸ ਲੜਕੇ ਦਾ? ਹਾਂਜੀ ਸਰ ਹੈਗਾ।
ਉਹ ਵੀ ਆਇਆ ਸੀ ਕੋਈ? ਨਹੀਂ ਸਰ, ਉਹ ਪੁਲਿਸ ਦੇ ਵਿੱਚ ਨਹੀਂ। ਆਪਣੇ ਪੁਲਿਸ ਵਿੱਚ ਨੇ, ਆਪਣੇ ਸਰੀ ਦੇ ਵਿੱਚ? ਹਾਂਜੀ ਹਾਂਜੀ ਸਰ, ਉਹ ਵੈਸੇ ਹੁਣ ਪੁਲਿਸ ਦੀ ਜਾਨੀ ਕਿ ਵੀ ਜੌਬ ਕਰ ਰਹੇ ਨੇ। ਆਈ ਸੀ। ਨਹੀਂ, ਤੁਹਾਡਾ ਹਸਬੈਂਡ ਜਿਹੜਾ ਆ ਉਹ ਵੀ ਪੁਲਿਸ ਵਿੱਚ ਹੈ? ਨਹੀਂ ਨਹੀਂ ਸਰ, ਉਹ ਨਹੀਂ ਹੈਗੇ ਕਿ ਉਹ ਤਾਂ ਉਹੀ ਆ, ਵੈਸੇ ਵੀ ਉਹ ਕੋਈ ਕੰਮ ਕਾਰ ਨਹੀਂ ਕਰਦੇ ਹੈਗੇ। ਅੱਛਾ, ਤੁਸੀਂ ਤੁਹਾਡਾ ਕਿੰਨਾ ਖਰਚਾ ਹੋਇਆ? ਇਹਨਾਂ ਨੇ ਕੈਸ਼ ਮੰਗਿਆ ਸੀਗਾ ਜਾਂ ਫਿਰ ਤੁਸੀਂ ਕੈਸ਼ ਦਿੱਤਾ ਆ? ਔਰ ਕਈ ਵਾਰੀ ਲੜਕੀਆਂ ਵਾਲੇ ਇਹਨਾਂ ਨੇ ਸਾਥੋਂ ਗੱਡੀ ਦੇ ਪੈਸੇ ਮੰਗੇ ਸੀਗੇ, ਕਹਿੰਦੇ ਵੀ ਅਸੀਂ ਉੱਧਰ ਜਾ ਕੇ ਗੱਡੀ ਲੈਣੀ ਆ, ਤੇ ਸਰ ਪਹਿਲਾਂ ਸਾਥੋਂ ਗੱਡੀ ਦੀ ਮੰਗ ਕਰਦੇ ਸੀਗੇ। ਫਿਰ ਅਸੀਂ ਕਿਹਾ ਵੀ ਹੁਣ ਤੁਸੀਂ ਇੱਧਰ ਗੱਡੀ ਕੀ ਕਰਨੀ ਹੈ? ਕਹਿੰਦੇ ਅਸੀਂ ਉੱਧਰ ਜਾ ਕੇ ਗੱਡੀ ਲੈਣੀ ਆ। ਫਿਰ ਸਾਰੇ ਸਾਥੋਂ ਕੈਸ਼ ਲੈ ਕੇ ਗਏ ਸੀਗੇ 20 ਲੱਖ ਰੁਪਏ। ਆਈ ਸੀ। 20 ਲੱਖ ਰੁਪਏ ਤੁਹਾਡੇ ਕੋਲ ਕੈਸ਼ ਲੱਗ ਗਿਆ, ਤੇ ਬਾਕੀ ਤੇ ਤੁਹਾਡੇ ਕੋਲੋਂ ਤੁਸੀਂ ਵਿਆਹ ਤੇ ਵੀ ਕੀਤਾ ਉਹ ਖਰਚਾ, ਕੁਝ ਟੁੰਬਾ ਵਗੈਰਾ ਜਨ ਕੇ ਜਿਹੜੇ ਗਹਿਣੇ ਵਗੈਰਾ? ਹਾਂਜੀ ਸਰ, ਅਸੀਂ ਸਰ ਜਿਹੜਾ 골ਡ ਪਾਇਆ ਸੀਗਾ ਉਹ ਜਿੰਨੇ ਵੀ ਇਹਨਾਂ ਦੇ ਮੈਰਿਜ ਦੇ ਵਿੱਚ ਰਿਲੇਟਿਵ ਆਏ ਸੀਗੇ, ਮੇਰੇ ਫਾਦਰ ਇਨ ਲਾ ਵਗੈਰਾ ਜਾਂ ਇਹਨਾਂ ਦੇ ਮੇਰੇ ਹਸਬੈਂਡ ਦਾ ਬ੍ਰਦਰ ਆ ਉਹ ਸੀਗੇ, ਉਹਨਾਂ ਨੂੰ ਸਾਰਿਆਂ ਨੂੰ 골ਡ ਪਾਇਆ ਸੀ। ਹਸਬੈਂਡ ਬ੍ਰਦਰ ਜਿਹੜਾ ਪੁਲਿਸ ਵਿੱਚ ਉਹ ਵੀ ਆਇਆ ਸੀ? ਨਹੀਂ ਸਰ, ਉਹ ਆਏ ਨਹੀਂ ਸੀਗੇ, ਉਹ ਤਾਂ ਇੱਧਰ ਹੀ ਸੀਗੇ। ਉਹਨਾਂ ਨੇ ਉਹ ਤਾਂ ਉਧਰ ਕਹਿੰਦੇ ਸੀਗੇ ਵੀ ਉਹਨਾਂ ਦੇ ਪੇਪਰ ਚੱਲਦੇ ਨੇ ਪੁਲਿਸ ਦੇ। ਹਾਂਜੀ, ਤੇ ਸਰ ਅਸੀਂ 골ਡ ਵਗੈਰਾ ਵੀ ਉਹਨਾਂ ਨੂੰ ਵੀ ਪਾਇਆ ਸੀ। 골ਡ ਅਸੀਂ ਸਾਰਿਆਂ ਨੂੰ ਪਾਇਆਗਾ, ਉਹਨਾਂ ਦੇ ਜਿੰਨੇ ਵੀ ਰਿਲੇਟਿਵ ਸੀਗੇ ਸਰ ਅਸੀਂ ਸਾਰਿਆਂ ਨੂੰ 골ਡ ਪਾਇਆਗਾ। ਤੁਹਾਡੇ ਮਾਤਾ ਪਿਤਾ ਦਾ ਕੀ ਕੰਮ ਕੀ ਹੈ? ਤੁਹਾਡਾ ਕਾਰੋਬਾਰ ਕੀ ਹੈ? ਤੁਸੀਂ ਚੰਗੇ? ਸਰ ਅਸੀਂ ਐਗਰੀਕਲਚਰ ਦਾ ਕੰਮ ਕਰਦੇ ਹਾਂ। ਕਿੰਨੀ ਕੁ ਜ਼ਮੀਨ ਹੈ ਤੁਹਾਡੇ ਫਾਦਰ ਦੀ? ਸਰ ਜਾਨੀ ਕਿ ਵੀ ਅਸੀਂ ਜੁਆਇੰਟ ਫੈਮਿਲੀ ਚ ਆ, ਮੇਰਾ ਇੱਕ ਚਾਚਾ ਜੀ ਵੀ ਹੈ ਸਰ। ਸਾਡੇ ਕੋਲ ਆਪਦੇ ਕੋਲ ਤਾਂ ਜ਼ਮੀਨ ਥੋੜੀ ਹੋਈ ਆ, ਬਟ ਅਸੀਂ ਸਰ ਜਿੱਦਾਂ ਵੀ ਠੇਕੇ ਤੇ ਲੈ ਕੇ ਕਰਦੇ ਹਾਂ। ਇਸ ਠੇਕੇ ਤੇ ਲੈ ਕੇ ਤੁਸੀਂ ਕਰਦੇ ਹੋ? ਸੋ ਤੁਸੀਂ 40 ਲੱਖ ਦੇ ਲਗਭਗ ਖਰਚਾ ਕੀਤਾ। ਉਸ ਤੋਂ ਬਾਅਦ ਤੁਹਾਨੂੰ ਸਪਾਂਸਰ ਕਿਉਂ ਨਹੀਂ ਕੀਤਾ? 2 ਸਾਲ ਹੋ ਗਏ, ਰੀਜ਼ਨ ਕੀ ਹੈ? ਸਰ ਉਹ ਸਾਥੋਂ ਪੈਸੇ ਦੀ ਮੰਗ ਕਰਦੇ ਸੀ। ਪਹਿਲਾਂ ਜਦੋਂ ਮੁੰਡਾ ਇਧਰੋਂ ਗਿਆ ਗਾ ਸਰ, ਉਦੋਂ 55 ਲੱਖ ਦੀ ਮੰਗ ਕਰਦਾ ਸੀ, ਫਿਰ 45 ਲੱਖ ਤੇ ਆ ਗਿਆ, ਫਿਰ 40 ਤੇ ਆ ਗਿਆ। ਸਰ ਅਸੀਂ ਵਿੱਚ ਜਾਣੀ ਕਿ ਵੀ ਮੇਰੇ ਮਾਮਾ ਜੀ ਨੇ ਇੱਧਰ ਕੈਨੇਡਾ ਦੇ ਵਿੱਚ, ਤੇ ਉਹਨਾਂ ਨੇ ਵੀ ਉਹਨਾਂ ਮੁੰਡੇ ਨਾਲ, ਮੇਰੇ ਹਸਬੈਂਡ ਨਾਲ ਗੱਲ ਕੀਤੀ। ਉਹ ਉਹਨਾਂ ਨੂੰ ਵੀ ਗਲਤ ਬੋਲਦਾ ਸੀਗਾ, ਮੈਂ ਤੇਰੇ ਬੱਚਿਆਂ ਨੂੰ ਮਰਾ ਦੂੰਗਾ, ਮੈਂ ਏਦਾਂ ਕਰ ਦੂੰਗਾ, ਮੈਂ ਏਦਾਂ ਕਰ ਦੂੰਗਾ। ਸਰ ਹਰੇਕ ਨੂੰ ਉਹ ਧਮਕੀਆਂ ਦਿੰਦਾ ਗਾ। ਸਰ ਅਸੀਂ ਹੁਣ ਵੀ ਬਹੁਤ ਜ਼ਿਆਦਾ ਬੰਦੇ ਨੇ ਜਿਹੜੇ ਸਾਡੇ ਮੇਰੇ ਰਿਲੇਟਿਵ ਨੇ ਜਿਹੜੇ ਕੈਨੇਡਾ ਵਿੱਚ, ਉਹਨਾਂ ਦੇ ਥਰੂ ਜਾਂਦੇ ਨੇ, ਪਰ ਸਰ ਉਹ ਕਿਸੇ ਨਾਲ ਗੱਲ ਨਹੀਂ ਕਰਦੇ, ਕਹਿ ਦਿੰਦੇ ਨੇ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਹੈਗੀ। ਸਰ ਸਾਡਾ ਇੱਧਰ ਵੀ ਕੇਸ ਲਾਇਆ ਹੋਇਆ ਗਾ ਉੱਥੇ NRI ਥਾਣੇ ਦੇ ਵਿੱਚ। ਹਾਂਜੀ, ਨੋ ਪ੍ਰੋਬਲਮ। NRI ਜਿਹੜੀ ਆ ਹੈਲਪਲਾਈਨ ਹੈ, ਮੈਂ ਕੱਲ ਨੂੰ ADGP ਨਾਲ ਗੱਲ ਕਰੂੰਗਾ। ਤੁਹਾਨੂੰ ਅਸੀਂ ਚਾਹਾਂਗੇ ਕਿ ਇਨਸਾਫ ਫੌਰਨ ਮਿਲੇ। ਔਰ ਲਵਪ੍ਰੀਤ, ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ 20 ਲੱਖ ਤਾਂ ਤੁਹਾਡੇ ਕੋਲ ਪਹਿਲਾਂ ਲੈ ਗਏ, ਸੋ 20 ਲੱਖ ਰੁਪਈਆ ਜਿਹੜਾ ਕੈਨੇਡਾ ਲੈ ਗਏ, ਉਸ ਤੋਂ ਬਾਅਦ ਇਹ ਪੰਜਾਬ ਜਿਹੜਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਿਆ ਸਿਟੀਜ਼ਨਸ਼ਿਪ ਨੋਬਡੀ, ਕੀ ਲਿਖਿਆ ਹੋਇਆ? ਤੁਸੀਂ ਮੈਨੂੰ ਆਪ ਪੜ੍ਹ ਕੇ ਸੁਣਾਓ ਕਿ ਕੀ ਲਿਖਿਆ ਹੋਇਆ ਪਲੀਜ਼, ਤੁਹਾਨੂੰ ਸਨੈਪਸ਼ਾਟ ਤੇ ਤੁਹਾਡੇ ਪਾਸ ਹੈ? ਨਹੀਂ ਸਰ, ਮੇਰੇ ਕੋਲ ਹੁਣ ਪਾਸ ਨਹੀਂ ਹੈਗੀ ਸਰ, ਦੂਜੇ ਫੋਨ ਚ, ਉਹ ਫੋਨ ਨਹੀਂ ਹੈਗਾ ਮੇਰੇ ਕੋਲ। ਤੁਸੀਂ ਭੇਜਿਆ ਮੈਨੂੰ ਕਿ ਸਿਟੀਜ਼ਨਸ਼ਿਪ ਨੋਬਡੀ ਕੈਨ ਟੱਚ ਮੀ, ਸੋ ਸੇਵ ਮਾਈ ਮੈਸੇਜ, IDC money, I don't know what is this. I'm happy. ਇਹ ਮੇਥੋਂ, ਹਾਂਜੀ ਸਰ, ਇਹ ਸਾਥੋਂ ਜ਼ਿਆਦਾ ਸਾਨੂੰ ਕਹਿ ਰਹੇ ਸੀਗੇ ਵੀ ਸਾਨੂੰ 55 ਲੱਖ ਰੁਪਇਆ ਦੇਵੋ। let me read. If not, I'm apply for divorce next year January. The reason I'm asking for money is because I don't trust you. ਉਹ ਕਹਿੰਦੇ ਕਿ ਤੁਹਾਡੇ ਤੇ ਮੈਂ ਟਰਸਟ ਨਹੀਂ ਕਰਦਾ. Never will trust you. If you leave, I have the 50 lakh. ਉਹ ਕਹਿੰਦੇ ਮੈਨੂੰ ਟਰਸਟ ਨਹੀਂ ਹੈ ਤੇਰੇ ਤੇ, ਤੂੰ ਆਣ ਕੇ ਇੱਥੋਂ ਮੈਨੂੰ ਮਤਲਬ ਘਰੋਂ ਜਾ ਸਕਦੀ ਹੈ। ਮਤਲਬ ਕਹਿਣ ਦਾ ਇੰਟਰੈਕਟਿਵ ਇਹ ਮੈਸੇਜ ਹੈ। ਉਹਨਾਂ ਨੂੰ ਇਹੀ ਗੱਲ ਸੀਗੀ ਨਾ ਸਰ, ਉਹ ਸਾਨੂੰ ਪਹਿਲਾਂ ਇਹੀ ਗੱਲ, ਅਸੀਂ ਸਰ ਉਹਨਾਂ ਨੇ ਇਹ ਗੱਲ ਕਹੀ ਸੀ, ਅਸੀਂ ਕਿਹਾ ਵੀ ਅਸੀਂ ਤੁਹਾਨੂੰ ਪੈਸੇ ਪਹਿਲਾਂ, ਬਾਅਦ ਚ ਸਰ ਉਹ 55 ਲੱਖ ਤੋਂ ਬਾਅਦ ਉਹ 10 ਲੱਖ ਤੇ ਵੀ ਆ ਗਏ। ਹਾਂਜੀ, ਇੱਕ ਮਿੰਟ। if you leave, I have at least 50 lakh. If you put money in my account, I will call you to Canada within a month. I need the money, then I call you. First money, don't call my parents, they can't go touch me. If you don't give me money, I'm not coming to India. Can't apply for divorce. If I apply for divorce here, have to wait 1 year. And if you get remarried, nobody marries a divorced woman. If you don't find a person again, your 35 to 40 lakh is baste ha ha ha. कुछ लिखा है। So 55 lakh put in my account, then I called you. I want change my mind. Family, they I don't know ਕੀ ਲਿਖਿਆ ਹੋਇਆ। family ਦੀ ਚੱਲੀ 55 ਲੱਖ or divorce in 2020. So sell ਜ਼ਮੀਨ, get bank loan 50 lakh or 2020 I am filed for divorce. That
ਜਾਂ ਇਹ ਕੁਝ ਲਿਖਿਆ ਉਸਨੇ ਜਿਹੜਾ ਕਿ ਤੁਸੀਂ ਮੈਨੂੰ ਭੇਜਿਆ ਹੈ। ਹਾਂਜੀ ਸਰ, ਉਹ ਕਹਿ ਰਹੇ ਸੀ ਕਿ ਨਾ ਵੀ ਜਾਂ ਤਾਂ ਤੁਸੀਂ ਆਪਦੀ ਜ਼ਮੀਨ ਸੇਲ ਕਰੋ, ਕਰ ਦਿਓ ਸਾਰੀ, ਵੀ ਜ਼ਮੀਨ ਸੇਲ ਕਰਕੇ ਵੀ ਮੈਨੂੰ 55 ਲੱਖ ਦੇ ਦਿਓ, ਵੀ ਜਾਂ ਫਿਰ ਜੇ ਤੁਸੀਂ ਮੈਨੂੰ 55 ਲੱਖ ਨਹੀਂ ਦੇ ਸਕਦੇ ਵੀ ਤੁਸੀਂ ਜਿਹੜੇ 2 ਕਿੱਲੇ ਨੇ। ਤੁਹਾਡੇ ਜਿਹੜੇ ਮਾਮਾ ਜੀ ਰਹਿੰਦੇ ਨੇ ਉਹ ਕਿੱਥੇ ਰਹਿੰਦੇ ਨੇ? ਮਾਮਾ ਜੀ ਕਿਹੜੇ ਪਿੰਡ ਦੇ ਨੇ ਤੁਹਾਡੇ? ਸਰ ਮੇਰੇ ਮਾਮਾ ਜੀ ਐਵਸਫੋਰਡ ਦੇ ਵਿੱਚ ਰਹਿੰਦੇ ਨੇ, ਉਹ ਹੈਗੇ ਨੇ ਮੇਰੇ ਨਾਨਕਿਆ ਪਿੰਡ ਆ ਮੱਲਾ, ਉੱਥੋਂ ਦੇ ਨੇ। ਤੁਹਾਡੇ ਜਿਹੜੇ ਮਾਮਾ ਜੀ ਨੇ? ਨਹੀਂ ਸਰ, ਮੇਰੇ ਮੰਮਾ ਦੇ ਮਾਸੀ ਜੀ ਦਾ ਮੁੰਡਾ ਹੈਗਾ। ਆਈ ਸੀ, ਮੱਲਾ ਪਿੰਡ ਤੋਂ ਨੇ। ਹਾਂਜੀ ਆਈ ਸੀ। ਕੀ ਨਾਮ ਹੈ ਉਹਨਾਂ ਦਾ ਸਤਿਕਾਰਯੋਗ ਤੁਹਾਡੇ ਮਾਮਾ ਜੀ ਦਾ? ਕੀ ਨਾਮ ਹੈ ਸਰ? ਮੈਨੂੰ ਉਹਨਾਂ ਦਾ ਪੱਕਾ ਨਾਮ ਤਾਂ ਨਹੀਂ ਪਤਾ, ਵੈਸੇ ਸਰ ਉਹਨਾਂ ਨੂੰ ਰਾਜੂ ਕਹਿੰਦੇ ਨੇ। ਠੀਕ ਹੈ ਜੀ। ਸੋ ਤੁਹਾਡੇ ਸਹੁਰਾ ਪਿੰਡ ਰਾਮਗੜ੍ਹ ਹੈ ਜਿਹੜਾ ਕਿ ਖੰਨੇ ਦੇ ਕੋਲ ਹੈ, ਔਰ ਹਾਂਜੀ, ਔਰ ਤੁਸੀਂ ਇਸ ਸਹੁਰੇ ਪਿੰਡ ਦੇ ਵਿੱਚ ਕਿੰਨਾ ਸਮਾਂ ਰਹੇ ਹੋ ਫਿਰ ਸਹੁਰੇ ਘਰ 'ਚ? ਸਰ ਮੈਂ ਉੱਥੇ ਵੈਸੇ ਤਾਂ 2 ਮਹੀਨੇ ਰਹਿੰਦੀ ਹੁੰਦੀ ਸੀ, 2 ਮਹੀਨੇ ਰਹਿ ਕੇ ਆਈ ਹਾਂ ਮੈਰਿਜ ਤੋਂ ਬਾਅਦ। ਉਸ ਤੋਂ ਬਾਅਦ ਨਹੀਂ ਗਏ ਤੁਸੀਂ? ਨਹੀਂ ਸਰ, ਮੈਂ ਉਸ ਤੋਂ ਬਾਅਦ ਨਹੀਂ ਗਈ ਹੈਗੀ ਸਰ, ਉੱਥੇ ਕੋਈ ਰਹਿ ਹੀ ਨਹੀਂ ਰਿਹਾ, ਉੱਥੇ ਲੋਕ ਲੱਗਿਆ ਹੋਇਆ ਹੈਗਾ। ਸੋ ਕੈਨੇਡਾ ਜਾ ਕੇ ਤੁਹਾਨੂੰ ਫੋਨ ਵੀ ਕੀਤਾ, ਤਾਲਮੇਲ ਕੀਤਾ, ਔਰ 2 ਸਾਲ ਦੇ ਵਿੱਚ ਤੁਹਾਡੇ ਨਾਲ ਕੋਈ ਇਹਨੇ ਗੱਲਬਾਤ ਕੀਤੀ ਹੈ ਜੋ ਕਿ ਹਸਬੈਂਡ ਵਾਈਫ? ਨਹੀਂ ਸਰ, ਜਦੋਂ ਸਾਡੇ ਨਾਲ ਇਹ ਵੀ ਗੱਲਬਾਤ ਕਰਦੇ ਸੀ, ਸਾਡੇ ਨਾਲ ਹਮੇਸ਼ਾ ਇਦਾਂ ਹੀ ਗੱਲਬਾਤ ਕਰਦੇ ਸੀਗੇ, ਸਾਨੂੰ ਗਲਤ ਬੋਲਦੇ ਸੀਗੇ, ਸਾਨੂੰ ਗਾਲਾਂ ਕੱਢਦੇ ਸੀ, ਮੇਰੇ ਪੇਰੈਂਟਸ ਨੂੰ ਗਾਲਾਂ ਕੱਢਦਾ ਸੀ, ਧਮਕੀਆਂ ਦਿੰਦੇ ਸੀਗੇ ਮੇਰੇ ਪੇਰੈਂਟਸ ਨੂੰ ਵੀ, ਅਸੀਂ ਤੁਹਾਨੂੰ ਮਰਾ ਦਾਂਗੇ, ਅਸੀਂ ਇਦਾਂ ਕਰ ਦਾਂਗੇ, ਤੇ ਬਈ ਨਹੀਂ ਤੁਸੀਂ ਸਾਨੂੰ ਪੈਸੇ ਦੇਵੋ, ਵੀ ਨਹੀਂ ਮੈਂ ਤੁਹਾਡੀ ਕੁੜੀ ਨਹੀਂ ਸੱਦਣੀ ਹੈਗੀ, ਕਿ ਮੇਰੇ ਸਿਰਫ ਪੇਰੈਂਟਸ ਨੂੰ ਗਲਤ ਬੋਲਦੇ ਸੀਗੇ। ਤੁਹਾਡੇ ਪਾਸ ਕੁਝ ਰਿਕਾਰਡਿੰਗ ਤੁਸੀਂ ਕੀਤੀ ਹੋਈ ਹੈ ਇਹਦੀ? ਕਾਹਦੀ ਰਿਕਾਰਡਿੰਗ ਸਰ? ਜਿਹੜੀ ਕਨਵਰਸੇਸ਼ਨ ਤੁਹਾਡੇ ਹਸਬੈਂਡ ਨੇ ਤੁਹਾਨੂੰ ਥ੍ਰੈਟ ਕੀਤੀ? ਨਹੀਂ ਸਰ, ਇਹ ਸਾਨੂੰ WhatsApp ਤੇ ਕਰਦੇ ਹੁੰਦੇ ਸੀਗੇ, ਦੂਜੇ ਲੋਟ ਨਹੀਂ ਕੀਤੀ ਸਰ ਸਾਨੂੰ ਇਹਨਾਂ ਨੇ ਕਦੇ ਵੀ ਕਾਲ, WhatsApp ਕਾਲਿੰਗ ਕਰਦੇ ਹੁੰਦੇ ਸੀ। ਆਈ ਸੀ। ਸੋ ਲਵਪ੍ਰੀਤ, ਤੁਹਾਨੂੰ ਹੁਣ ਇਹਨਾਂ ਵੱਲੋਂ ਜਵਾਬ ਹੈ ਕਿ ਸਪਾਂਸਰ ਨਹੀਂ ਕਰਨਾ, ਜੇ ਸਪਾਂਸਰ ਤੋਂ ਕਰਾਉਣਾ ਚਾਹੁੰਦੇ ਸਾਨੂੰ ਪੇ ਕਰ ਡਿਮਾਂਡ ਕਰ ਰਹੇ ਨੇ, 20 ਲੱਖ ਲੈ ਗਏ ਨੇ, ਤਾਂ ਹੁਣ ਤੁਹਾਡੇ ਤੋਂ ਕਿੰਨਾ ਹੋਰ ਮੰਗ ਰਹੇ ਨੇ? ਸਰ ਹੁਣ ਇਹਨਾਂ ਨੇ ਸਾਥੋਂ, ਹੁਣ ਜਦੋਂ ਸਾਡੀ ਲਾਸਟ ਟਾਈਮ ਗੱਲ ਹੋਈ ਸਰ, ਉਦੋਂ ਇਹਨਾਂ ਨੇ ਸਾਥੋਂ 10 ਲੱਖ ਦੀ ਡਿਮਾਂਡ ਕਰੀ ਸੀ। ਕਿ 10 ਲੱਖ ਦੀ ਫਿਰ ਦੁਬਾਰਾ ਇਹ ਡਿਮਾਂਡ ਤੁਹਾਡੀ ਮਦਰ ਲੋ ਕਰਦੀ ਹੈ ਜਾਂ ਤੁਹਾਡਾ ਹਸਬੈਂਡ ਕਰਦਾ? ਨਹੀਂ ਸਰ, ਮੇਰੇ ਹਸਬੈਂਡ ਹੀ ਕਰਦੇ ਨੇ ਸਰ, ਮੇਰੀ ਮਦਰ ਇਨ ਲਾਅ ਤੇ ਫਾਦਰ ਇਨ ਲਾਅ ਤਾਂ ਕਹਿ ਦਿੰਦੇ ਨੇ ਬਈ ਹਨਾ ਅਸੀਂ ਤਾਂ ਪੈਸੇ ਲੈਣ ਦੇ ਪੱਖ 'ਚ ਨਹੀਂ ਹੈਗੇ, ਜੇ ਵੀ ਮੁੰਡਾ ਨਹੀਂ ਮੰਨਦਾ, ਵੀ ਮੁੰਡਾ ਕਹਿੰਦਾ ਵੀ ਮੈਂ 10 ਲੱਖ ਰੁਪਇਆ ਲੈਣਾ, ਵੀ ਫਿਰ ਮੈਂ ਉਸ ਤੋਂ ਬਾਅਦ ਸਪਾਂਸਰ ਕਰੂੰਗਾ। ਨਹੀਂ, ਮਾਂ-ਬਾਪ ਕਹਿੰਦੇ ਕਿ ਅਸੀਂ ਹੱਕ 'ਚ ਨਹੀਂ ਹੈ ਤੇ ਮੁੰਡਾ ਮੰਗਦਾ ਪੈਸੇ, ਤੇ ਮਾਂ-ਬਾਪ ਕਹਿੰਦੇ ਨਹੀਂ ਜੇ ਹੱਕ ਵਿੱਚ ਨਹੀਂ ਤੇ ਫਿਰ ਉਹਨੂੰ ਆਪਣੇ ਬੱਚੇ ਨੂੰ ਕਹਿੰਦੇ ਕਿ ਤੂੰ ਸਪਾਂਸਰ ਕਿਉਂ ਨਹੀਂ ਕਰਦਾ? ਉਹ ਕਹਿੰਦੇ ਕਿ ਅਸੀਂ ਸਪਾਂਸਰ ਕਰਾਂਗੇ। ਉਹ ਕਹਿੰਦੇ ਬੱਚਾ ਸਾਡੀ ਗੱਲ ਹੀ ਨਹੀਂ ਸੁਣਦਾ ਹੈਗਾ। ਆਈ ਸੀ। ਸੋ ਗੋਦਾ ਪੰਜਾਬ 'ਚ ਇਹ ਸਾਡੀ ਫਰੀडम ਆਫ ਸਪੀਚ ਸ਼ੋ ਦੇ ਵਿੱਚ ਪੰਜਾਬ ਤੋਂ ਲਵਪ੍ਰੀਤ ਖਾਲਸਾ ਪਿੰਡ ਰਾਏਕੋਟ ਦੇ ਵਿੱਚ ਹੈ, ਔਰ ਲਵਪ੍ਰੀਤ ਜਿਹੜਾ ਇਨਸਾਫ ਮੰਗਦੀ ਹੈ, ਸੁਣਨ ਵਾਲੇ ਕੈਨੇਡਾ ਵਿੱਚ ਬੈਠੇ ਸਾਡੇ ਪਰਿਵਾਰ ਨੇ। ਆਓ ਅਸੀਂ ਆਪਣਾ, ਤੁਸੀਂ ਇਹਨਾਂ ਨੇ ਪੱਖ ਰੱਖਿਆ, ਸੋ ਤੁਹਾਡੇ ਮੁਤਾਬਕ ਜੇ ਸਾਡੇ ਕਿਸੇ ਭੈਣ ਨੇ, ਭਰਾ ਨੇ ਗੱਲਬਾਤ ਕਰਨੀ ਇਸ ਲੜਕੀ ਨਾਲ, ਅਸੀਂ ਤੁਹਾਨੂੰ ਟਾਈਮ ਦੇ ਰਹੇ ਹਾਂ ਤਾਂ ਕਿ ਇਹ ਬੱਚੀ ਜਿਹੜੀ ਰੋਂਦੀ ਆ, 22 ਸਾਲ ਦੀ ਉਮਰ ਹੈ, ਔਰ ਇਹਨਾਂ ਲੱਖ ਰੁਪਈਆ ਕਿਵੇਂ ਦੇਵੇ, ਔਰ ਲੜਕਾ ਜਿਹੜਾ ਆ ਉਹ ਪੈਸੇ ਮੰਗ ਰਿਹਾ, ਕੈਨੇਡੀਅਨ ਸਿਟੀਜ਼ਨ ਹੈ, ਉਹ ਇਹ ਸਰੀ ਸ਼ਹਿਰ ਦਾ ਰਹਿਣ ਵਾਲਾ, ਔਰ ਵੈਨਕੂਵਰ ਸਰੀ ਦਾ, ਮੇਰੇ ਖਿਆਲ ਨਾਲ ਤੁਸੀਂ ਦੱਸਦੇ ਹੋ। ਹਾਂਜੀ ਸਰ, ਸਰੀ ਦਾ। ਹਾਂਜੀ ਤੁਸੀਂ ਹੋਲਡ ਰੱਖੋ, ਅਸੀਂ ਲੋਕਾਂ ਦਾ ਮਾਈਂਡ ਲੈ ਰਹੇ ਹਾਂ। ਸੋ ਗੋਦਾ ਪੰਜਾਬ 'ਚ ਅਸੀਂ ਤੁਹਾਡੇ ਸੇ ਵਿੱਚ ਸਪੀਕ ਯੂਰ ਮਾਈਂਡ ਸੈਗਮੈਂਟ ਜਿਹੜਾ ਆ ਤੁਹਾਡੇ ਸੇ ਵਿੱਚ ਟੈਲੀਕਾਸਟ ਕਰਾਂਗੇ। ਪਲੀਜ਼ ਸਟੈਂਡ ਬਾਈ। ਸੋ ਇਹ ਹੈ BBC ਟੋਰਾਂਟੋ ਰੇਡੀਓ ਟੈਲੀਵਿਜ਼ਨ। ਸਾਡੀਆਂ ਭੈਣਾਂ ਕਾਲ ਕਰਨ, ਇਹ ਵਿਚਾਰੀ ਪੰਜਾਬ ਤੋਂ ਲਾਈਨ 'ਤੇ ਆ, ਔਰ ਇੰਨੇ ਲੱਖਾਂ ਰੁਪਈਆ ਕਿੱਥੋਂ ਵਿਅਕਤੀ ਦੇ ਸਕਦਾ ਹੈ, ਔਰ ਸ਼ਾਦੀ ਕਰਕੇ 22 ਸਾਲ ਦੀ ਉਮਰ ਵਿੱਚ ਇਸ ਲੜਕੀ ਨੂੰ ਥ੍ਰੈਟ ਵੀ ਕਰਿਆ। ਆਓ ਸਾਨੂੰ ਤੁਸੀਂ ਕਾਲ ਕਰੋ। ਹਾਂਜੀ, ਅੱਜ ਅਸੀਂ ਪ੍ਰੋਗਰਾਮ ਵਿੱਚ ਫਰੀडम ਆਫ ਸਪੀਚ 'ਚ ਅਸੀਂ ਇਹਨਾਂ ਦੱਸ ਦਿੱਤਾ ਹੈ ਕਿ ਰਾਮਗੜ੍ਹ ਤੋਂ ਇਹ ਲੜਕਾ ਆ, ਔਰ ਬੌਰਨ ਇਹ ਸਰੀ ਦਾ ਹੈ, ਪਰ ਅਸੀਂ ਲੜਕੇ ਦਾ ਨਾਮ ਅਤੇ ਲੜਕੇ ਦੇ ਫਾਦਰ ਦਾ ਨਾਮ, ਫੈਮਿਲੀ ਦਾ ਨਾਮ ਨਹੀਂ ਦੱਸਾਂਗੇ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਪਰ ਜੇ ਉਹ ਪਰਿਵਾਰ ਵੈਨਕੂਵਰ ਵਿੱਚ ਸੌ ਰਿਹਾ ਰਾਮਗੜ੍ਹ ਦਾ, ਸਾਨੂੰ ਕਾਲ ਕਰੇ ਤਾਂ ਕਿ ਉਹ ਆਪਣਾ ਪੱਖ ਰੱਖ ਸਕਦੇ ਨੇ। ਇਹ 1 ਸਾਈਡਡ ਸਟੋਰੀ ਹੈ ਜਿਹੜੀ ਕਿਸੇ ਰਿਲੇਟ ਕਰ ਸਕਦੇ, ਪਰ ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਡਾ ਫੋਨ ਪਿਕ ਨਹੀਂ ਕੀਤਾ। ਵੀ ਕਾਲਡ ਕਪਲ ਟਾਈਮ। ਸੋ ਸਟੋਰੀ ਅਸੀਂ ਪ੍ਰੋਸੀਡ ਕਰ ਚੁੱਕੇ ਹਾਂ, ਔਰ ਪੈਨਲ ਸਾਨੂੰ ਅੱਗੇ ਦੇ ਚੁੱਕਾ। ਇਹ 1 ਸਾਈਡਡ ਸਟੋਰੀ ਹੈ। ਸਾਡਾ 1610 AM ਅਤੇ BBC ਟੋਰਾਂਟੋ ਪੂਰੀ ਐਂਟਾਇਰ ਟੀਮ ਦਾ ਸਾਡੇ ਹਰ ਇਲੈਕਟ੍ਰੋਨਿਕ ਡਿਵਾਈਸ ਤੇ ਜਾਰੀ ਹੈ। ਅੱਗੇ ਮਿਲ ਚੁੱਕੇ ਆ ਸਾਨੂੰ ਇਹਨਾਂ ਤੋਂ, ਔਰ ਸਾਡਾ ਸਹਿਮਤ ਹੋਣਾ ਨਾ ਹੋਣਾ ਜ਼ਰੂਰੀ ਨਹੀਂ। ਇਹ 1 ਸਾਈਡਡ ਸਟੋਰੀ ਨੂੰ ਅਸੀਂ ਕਵਰ ਕਰ ਰਹੇ ਹਾਂ। ਇਹ ਕਿਸ ਹੱਦ ਤੱਕ ਸੱਚ ਹੈ, ਕਿਸ ਹੱਦ ਤੱਕ ਝੂਠ ਹੈ, ਹੋ ਸਕਦਾ ਕਿ ਅੱਜ ਦੇ ਪ੍ਰੋਗਰਾਮ 'ਚ ਨਹੀਂ, ਕੱਲ ਨੂੰ ਇਹਨਾਂ ਦਾ ਸਹੁਰਾ ਸਾਹਿਬ ਜਾਂ ਲੜਕਾ ਜਾਂ ਫਿਰ ਇਹਨਾਂ ਦੀ ਮਦਰ ਇਨ ਲਾਅ ਸਾਡੇ ਨਾਲ ਗੱਲਬਾਤ ਕਰੇ। ਪ੍ਰੋਗਰਾਮ ਕੱਲ ਤੱਕ ਜਿਹੜਾ ਹੈ ਤੁਸੀਂ ਸੁਣਦੇ ਜਾਣਾ। ਅੱਛਾ ਜੀ, ਅਸੀਂ ਫਸਟ ਕਾਲ ਨੂੰ ਲਵਾਂਗੇ ਇਸ ਵੇਲੇ ਤੁਹਾਡੇ ਸੇ ਵਿੱਚ। ਹਾਂਜੀ ਬਰਿੰਦਰ, ਸਪੀਕ ਯੂਰ ਮਾਈਂਡ ਪਲੀਜ਼, ਕੀ ਕਹਿਣਾ ਚਾਹੁੰਦੇ ਸੀ? ਬਾਸ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਜੀ ਬੋਲੋ, ਕੈਰੀ ਔਨ। ਬਾਸੀ ਸਾਹਿਬ, ਉਹ ਜਿਹੜਾ 50 ਲੱਖ ਮੰਗ ਰਿਹਾ ਜੀ, ਪਹਿਲੀ ਗੱਲ ਤਾਂ ਨਾ ਉਹ ਨਸ਼ਾ ਨੁਸ਼ਾ ਬਹੁਤ ਕਰਦਾ ਹੋਣਾ, ਉਹਦੇ ਘਰ ਦੇ ਪੈਸੇ ਨਹੀਂ ਦਿੰਦੇ ਹੋਣੇ,
ਉਹ ਕਹਿੰਦਾ ਹੁਣ ਚੱਲ ਮੈਂ 50 ਲੱਖ ਦਾ ਇਹਦਾ ਨਸ਼ਾ ਕਰ ਲੂੰਗਾ ਤੇ ਉਹਨੇ ਸੱਦਣਾ ਸੁਦਣਾ ਤਾਂ ਹੈ ਹੀ ਨਹੀਂ ਜੀ, ਹਨਾ ਜੀ। ਤੇ ਬਾਕੀ ਗੱਲ ਜੀ, ਜਦੋਂ ਇਹ ਵਿਆਹ ਕਰਾ ਕੇ ਰਹੇ ਆ, ਉਹ ਜਿੱਥੇ ਇਹ ਰਹੇ ਸੀਗੇ ਇੰਡੀਆ 'ਚ, ਉਹ ਫਿਰ ਪੰਜਾਬ 'ਚ ਉਹ ਘਰ ਉਹਨਾਂ ਦਾ ਜੀ, ਮੁੰਡੇ ਵਾਲਿਆਂ ਦਾ ਉਹ ਘਰ ਜੀ, ਕਿ ਉਹ ਰੈਂਟ ਰੁੰਟ ਤੇ ਲਿਆ ਹੋਇਆ ਸੀ ਉਹਨਾਂ ਨੇ? ਲਵਪ੍ਰੀਤ, ਜਿਸ ਘਰ ਤੁਸੀਂ ਗਏ ਸੀਗੇ, ਸੌਰੀ ਘਰ ਉਹਨਾਂ ਦਾ ਆਪਣਾ ਘਰ ਹੈ ਜਾਂ ਕੋਠੀ ਹੈ ਜਾਂ ਕਿਸੇ ਦੇ ਘਰ ਵਿੱਚ ਸੀਗੇ? ਹੈਲੋ, ਹਾਂ, ਰਾਮਗੜ੍ਹ ਵਿੱਚ ਪਿੰਡ ਉਹਨਾਂ ਦਾ ਜਿਹੜਾ ਹੈਗਾ, ਉੱਥੇ ਘਰ ਉਹਨਾਂ ਦਾ ਆਪਣਾ ਹੈ ਜਿੱਥੇ ਰਹੇ ਸੀ ਤੁਸੀਂ? ਹਾਂਜੀ ਸਰ, ਉਹਨਾਂ ਦਾ ਆਪਣਾ ਘਰ ਆ। ਉਹ ਦੋ ਮੇਰੇ ਸਹੁਰਾ ਸਾਹਿਬ ਹੁਣ 2 ਬ੍ਰਦਰ ਨੇ ਤੇ ਉਹਨਾਂ ਦਾ ਆਪਣਾ ਵੀ, ਜਾਨੀ ਕਿ ਦੋਨਾਂ ਦਾ ਸਾਂਝਾ ਘਰ ਆ ਇਹ, ਜਿੱਥੇ ਅਸੀਂ ਰਹਿ ਰਹੇ ਸੀਗੇ। ਜਿਹੜੇ ਦੋ ਬ੍ਰਦਰ ਨੇ ਇੰਡੀਆ ਵਿੱਚ ਨੇ? ਨਹੀਂ ਸਰ, ਮੇਰੇ ਸਹੁਰਾ ਸਾਹਿਬ ਦਾ ਦੂਜਾ ਬ੍ਰਦਰ ਆ ਜਿਹੜਾ, ਉਹ ਵੀ ਇੱਧਰ ਹੀ ਆ, ਕੈਨੇਡਾ ਵਿੱਚ ਟੋਰਾਂਟੋ 'ਚ ਰਹਿ ਰਹੇ ਨੇ। ਬਾਕੀ ਦਾ ਫਿਰ ਤਾਂ ਗੱਲ ਹੀ ਬਹੁਤ ਵਧੀਆ, ਜਾ ਕੇ ਕਬਜ਼ਾ ਕਰ ਲੈਣ ਜੀ, ਵੀ ਆ ਜਾਓ ਭਾਈ, ਛਡਾ ਲਓ। ਮਿਹਰਬਾਨੀ ਜੀ। ਅਸੀਂ ਨੈਕਸਟ ਕਾਲ ਕਰਨ ਜੋਗੇ ਜੀ ਉਹ ਜੀ। ਅਸੀਂ ਨੈਕਸਟ ਕਾਲ ਜਾਂਦੇ ਜੀ। ਆਓ ਤੁਹਾਨੂੰ ਐਡਵਾਈਸ ਦੇ ਲੜਕੀ ਨੂੰ, ਕੋਈ ਵਨ ਸਾਈਡ ਸਟੋਰੀ ਹੈ। ਅੱਛਾ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਬੱਤੀ ਸਾਹਿਬ, ਸੁਨੀਤ ਬੋਲ ਰਿਹਾ ਜੀ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇਸ ਤੇ ਇਹ ਹੈ ਕਿ ਦੇਖੋ, ਜੋ ਸਪਾਂਸਰਸ਼ਿਪ ਦੀ ਗੱਲ ਕਰ ਰਹੇ ਨੇ ਨਾ, ਸਪਾਂਸਰਸ਼ਿਪ ਤੇ ਤਾਂ ਕਿਸੇ ਨੂੰ ਇੱਥੇ ਲੀਗਲੀ ਤੁਸੀਂ ਫੋਰਸ ਨਹੀਂ ਕਰ ਸਕਦੇ, ਇਰਰਿਸਪੈਕਟਿਵ ਆਫ ਕੁਝ ਵੀ ਹੋਇਆ ਹੋਵੇ ਇਹਨਾਂ ਦੇ ਵਿੱਚ, ਜੋ ਵੀ ਮਾਰਕਟਾਈ ਹੋਈ ਹੋਵੇ। ਇਟਸ ਅਨਫੋਰਚੂਨੇਟ, ਬਟ ਜੇ ਮੁੰਡੇ ਨੇ ਡਿਸਾਈਡ ਕਰ ਲਿਆ ਹੈਗਾ ਵੀ ਸਪਾਂਸਰਸ਼ਿਪ ਮੈਂ ਨਹੀਂ ਕਰਨੀ ਹੈਗੀ ਆ, ਤਾਂ ਉਹਨੂੰ ਤੁਸੀਂ ਲੀਗਲੀ ਐਨਫੋਰਸ ਨਹੀਂ ਕਰ ਸਕਦੇ ਹੈਗੇ ਆ। ਸੋ ਇਹ ਨਹੀਂ ਇਹ ਕਹਿ ਸਕਦੇ ਕਿ ਮੈਂ ਮੈਰਿਡ ਹੈਗੀ ਆ ਤੇ ਜੀ ਮੇਰਾ ਸਪਾਂਸਰਸ਼ਿਪ ਉਹ ਕਰੇ ਹੀ ਕਰੇ। ਯੂ ਕੈਨੋਟ ਐਨਫੋਰਸ ਦੈਟ। ਬਲਕਿ ਜਿਹੜੀ ਕੁੜੀ ਇੱਥੇ ਆ ਵੀ ਜਾਂਦੀ ਹੈ ਜਾਂ ਮੁੰਡਾ ਕੋਈ ਇੱਥੇ ਆ ਵੀ ਜਾਂਦਾ ਆ, 2 ਸਾਲ ਦੇ ਵਿੱਚ ਜੇ ਉਹਦਾ ਸਪਾਊਸ ਕਹਿ ਦੇਵੇ ਕਿ ਵੀ ਮੈਂ ਇਹਦਾ ਸਪਾਂਸਰ ਨਹੀਂ ਕਰਨਾ ਹੈਗਾ, ਤੇ ਉਸ ਕੁੜੀ ਮੁੰਡੇ ਨੂੰ ਵਾਪਸ ਜਾਣਾ ਪੈਂਦਾ। ਇੱਥੇ ਦੇ no, it's not rule now. They had already waive ਕਰਤਾ ਸੀ ਲਿਬਰਲ ਪਾਰਟੀ। ਤੁਸੀਂ ਮੇਰੇ ਖਿਆਲ ਕਿ ਬਹੁਤ ਦੂਰ ਬੈਠੇ ਹੋ, ਔਰ ਤੁਹਾਡਾ ਨਾਮ ਕੀ ਹੈ? ਆਲਰੇਡੀ ਇਹ ਲਾਅ ਕੈਂਸਲ ਕਰਤਾ ਸਰਕਾਰ ਨੇ, ਜੋ ਲਿਬਰਲ ਪਾਰਟੀ ਆਈ ਹੈ, ਪੀਸੀ ਪਾਰਟੀ ਵੇਲੇ ਸੀਗਾ, ਤੁਹਾਨੂੰ ਸ਼ਾਇਦ ਜਾਣਕਾਰੀ ਨਹੀਂ ਹੈ। law is cancelled that. Sorry, thank you so much. ਅਸੀਂ ਅਨਫੋਰਸ ਦੀ ਗੱਲ ਨਹੀਂ ਕਰ ਰਹੇ, ਫੋਰਸ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਕਿ ਇਨਸਾਫ ਦਿਓ ਲੜਕੀ ਨੂੰ। ਲੜਕੀ ਕਰੇ ਕੀ? ਲੜਕੀ ਨੇ ਹੁਣ ਤੁਹਾਡੇ ਅੱਗੇ ਹੱਥ ਜੋੜਿਆ, ਬੇਨਤੀ ਕੀਤੀ ਹੈ ਕਿ ਕਰੇ ਕੀ? ਲੜਕੀ ਤੋਂ ਇੱਕ ਚੀਜ਼ ਪੁੱਛ ਸਕਦੇ ਹਾਂ, ਲੜਕੀ ਨੇ ਉੱਥੇ ਕੁਝ ਉਸ ਵੇਲੇ ਜਦ ਮਾਰ ਕੁਟਾਈ ਇੰਨੀ ਹੋ ਗਈ, she is saying ਕਿ ਤੀਜੇ ਦਿਨ ਤੋਂ ਮਾਰਨਾ ਸ਼ੁਰੂ ਕਰ ਦਿੱਤਾ। 2 ਮਹੀਨੇ ਤੱਕ ਏਦਾਂ ਹੋਇਆ। Did she file a complaint? No, she didn't. I asked, she said no already. Okay, next call ਜੀ। ਹਾਂਜੀ, ਸਪੀਕ ਯਰ ਮਾਈਂਡ ਕਾਲਰ। ਦਵਿੰਦਰ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਲੜਕੀ ਨੂੰ? ਬੋਲੋ। ਹਾਂਜੀ ਬਾਸੀ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਜੀ, ਤੇ ਜਿਹੜਾ 20 ਲੱਖ ਰੁਪਇਆ ਦਿੱਤਾ ਵਾ ਆਪਣੇ ਇਹਨਾਂ ਦੇ ਵੱਲੋਂ, ਹਨਾ, ਉਹ ਕਦੋਂ ਦਿੱਤਾ ਗਿਆ? ਤੇ ਦੂਸਰੀ ਗੱਲ, ਆਪਾਂ ਕੋਈ ਨਹੀਂ ਜੀ, ਮੈਂ ਤੁਹਾਨੂੰ ਬਸ ਸਿਰਫ ਕਾਲ ਕਰ ਦੂੰਗਾ, ਆਪਾਂ ਪਤਾ ਕਰ ਲੈਂਦੇ ਹਾਂ ਉੱਥੋਂ ਖੰਨੇ ਦੇ ਕੋਲ ਜੇ ਰਾਮਗੜ੍ਹ ਪਿੰਡਾਂ ਦੀ, ਵੀ ਉਹ ਕਿੱਦਾਂ ਦਾ। ਜਿੱਥੇ ਤੱਕ ਮੈਨੂੰ ਲੱਗਦਾ ਜੀ, ਪਤਾ ਕੀ ਆ, ਜਿਵੇਂ ਕੇਸ ਅੱਜ ਕੱਲ ਹਸਬੈਂਡ ਵਾਈਫ, ਕਦੇ ਕੁੜੀ ਧੋਖਾ ਕਰ ਜਾਂਦੀ ਹੈ, ਕਦੇ ਮੁੰਡਾ। ਇਹਨਾਂ ਦਾ ਪੈਸੇ ਵਿਆਹ ਦੇ ਵਿੱਚ ਕੋਈ ਦਰਾਰ ਨਹੀਂ ਹੋਣੀ। ਉਹ ਮੁੰਡਾ ਪੈਸੇ ਇਸ ਕਰਕੇ ਮੰਗਦਾ ਪਿਆ, ਉਹਨੂੰ ਇਹ ਆ ਵੀ ਇਨ ਕੇਸ ਜੇ ਕੱਲ ਨੂੰ ਮੇਰੇ ਨਾਲ ਕੋਈ ਟ੍ਰੈਜਡੀ ਵਾਪਰ ਵੀ ਜਾਊਗੀ ਤਾਂ ਮੇਰੇ ਕੋਲ ਘੱਟੋ ਘੱਟ ਪੈਸੇ ਰਹਿ ਜਾਣਗੇ। ਜੇ ਉਹਦੇ ਮਾਂ ਪਿਓ ਸੱਚੇ ਆ ਵੀ ਉਹ ਕਹਿ ਰਿਹਾ ਵੀ ਬੇਟਾ ਸਾਡੀ ਗੱਲ ਨਹੀਂ ਮੰਨਦਾ, ਵੀ ਅਸੀਂ ਤਾਂ ਕਹਿ ਰਹੇ ਹਾਂ ਵੀ। ਲਵਪ੍ਰੀਤ ਪਲੀਜ਼, ਤੁਸੀਂ ਲਵਪ੍ਰੀਤ ਨਾ ਬੋਲੋ ਪਲੀਜ਼। ਹਾਂਜੀ ਲਵਪ੍ਰੀਤ, ਤੁਸੀਂ ਧਿਆਨ ਦਿਓ ਮੇਰੇ ਵੱਲ, ਔਰ ਆਪਣੀ ਫੈਮਿਲੀ ਨਾਲ ਗੱਲ ਨਾ ਕਰੋ, ਮਿਹਰਬਾਨੀ ਜੀ। ਨੈਕਸਟ ਕਾਲ ਪਲੀਜ਼ ਜੀ। ਬੋਲੋ ਜੀ। ਸਾਡੀਆਂ ਲੇਡੀਜ਼, ਸਾਡੀਆਂ ਭੈਣਾਂ ਕਾਲ ਕਰਨ ਬਰੰਪਟਨ ਤੋਂ, ਵੈਨਕੂਵਰ ਤੋਂ, ਔਰ ਲੜਕੀ ਕਰੇ ਕੀ? ਲੜਕੀ ਕਹਿ ਰਹੀ ਹੈ ਕਿ ਮੇਰੇ ਤੋਂ ਪੈਸੇ ਮੰਗੇ ਜਾ ਰਹੇ ਆ। ਤਾਂ ਸਾਨੂੰ ਲੱਗਦਾ ਆ ਕਿ ਇਹ ਵੀ ਲੜਕੀ ਕਹਿੰਦੀ ਆ, ਭਣਕ ਪੈ ਰਹੀ ਆ ਕਿ ਲੜਕੇ ਨੂੰ ਸ਼ੱਕ ਇਹ ਆ ਕਿ ਇੱਥੇ ਆਣ ਕੇ ਇਮੀਗ੍ਰੇਸ਼ਨ ਲੈ ਕੇ ਘਰੋਂ ਚਲੇ ਨਾ ਜਾਵੇ। ਆਪਣੀ ਲਵਲੀਨ ਹੈ, ਤੁਹਾਨੂੰ ਸ਼ੱਕ ਪੈਂਦੀ ਆ ਉਹਨੂੰ, ਤੁਹਾਡੇ ਘਰ ਸਹੁਰਾ ਸਾਹਿਬ ਨੂੰ, ਤੁਹਾਡੇ ਹਸਬੈਂਡ ਨੂੰ, ਕਿ ਤੁਸੀਂ ਕੈਨੇਡਾ ਵਿੱਚ ਆਣ ਕੇ ਘਰੋਂ ਚੱਲ ਜਾਓਗੇ? ਟੈਲ ਮੀ ਟਰੂ। ਹਾਂਜੀ ਲਵਪ੍ਰੀਤ। ਹੈਲੋ। ਹਾਂਜੀ ਲਵਪ੍ਰੀਤ, ਦੱਸੋ ਕਿ ਉਹਨਾਂ ਨੂੰ ਸ਼ੱਕ ਹੈ ਤੁਹਾਡੇ ਤੇ? ਨਹੀਂ ਸਰ, ਉਹਨਾਂ ਨੂੰ ਮੇਰੇ ਤੇ ਸ਼ੱਕ ਤਾਂ ਨਹੀਂ ਹੈਗਾ ਕੋਈ ਵੀ, ਬਟ ਸਰ ਉਹਨਾਂ ਨੂੰ ਇਹ ਗੱਲ ਆ ਵੀ ਮੇਰੇ ਸਰ ਹਸਬੈਂਡ ਬਹੁਤ ਜ਼ਿਆਦਾ ਡਰਿੰਕ ਕਰਦੇ ਨੇ, ਤੇ ਵੀ ਉਹ ਨਸ਼ੇ ਦੇ ਆਦੀ ਕਰਕੇ ਉਹਨਾਂ ਨੂੰ ਇਹ ਗੱਲ ਆ ਵੀ ਮੈਂ ਬਹੁਤ ਜ਼ਿਆਦਾ ਡਰਿੰਕ ਕਰਦਾ ਕਰਕੇ ਵੀ ਮੈਂ ਕੋਈ ਕੰਮ ਨਹੀਂ ਕਰਦਾ ਹੈਗਾ, ਵੀ ਸ਼ਾਇਦ ਇਹਨੇ ਮੇਰੇ ਨਾਲ ਇੱਥੇ ਆ ਕੇ ਰਹਿਣਾ ਨਹੀਂ ਹੈਗਾ। ਉਹੀ ਗੱਲ ਹੋ ਗਈ ਨਾ ਫਿਰ ਜੋ ਮੈਂ ਕਹਿ ਰਿਹਾ। ਹਾਂਜੀ ਅੱਛਾ, ਕਾਲਰ ਟੋਰਾਂਟੋ ਕਾਲਰ, ਗੋ ਹੈਡ ਪਲੀਜ਼। ਹਾਂ ਬਾਕੀ ਸਾਹਿਬ ਜੀ, ਮੈਂ ਕਹਿ ਕਿ ਜੋ ਹਮੜੇ ਕਾਲ ਕਰਦਾ, ਮੈਂ 1993 ਦੇ ਵਿੱਚ ਮੈਰਿਜ ਕਰਾਈ ਸੀ। ਮੈਂ ਹਲਵਾਰ ਜੇ ਬੈਕ ਸਾਈਡ ਤੇ ਵਿਆਹ ਹੋਇਆ, ਰਾਜੋ ਹੀਰਾ, ਪਿੰਡ ਹੀਰਾ। ਮੈਂ ਛੇਤੀ ਨਿਬੇੜ ਦੂੰਗਾ, ਮੇਰੇ ਮਗਰ ਹੋਰ ਵੀ ਵੀਰ ਭੈਣ ਹੋਣਗੇ। 93 ਦੇ ਵਿੱਚ ਮੈਂ ਆਪਣੇ 4 ਬੰਦੇ ਲੈ ਗਿਆ ਸੀਗਾ। ਮੈਂ ਰੋਟੀ ਪਾਣੀ ਦੀ ਚਾਹ ਪਾਣੀ ਪੀ ਕੇ ਮੈਂ ਛੋਟਾ ਜਿਹਾ ਟੇਚੀ ਲੈ ਕੇ ਆਪਣੇ ਘਰ ਆ ਗਿਆ ਸੀਗਾ। ਜਿਹੜੇ ਘਰ ਜਾਇਦਾਦ ਨਹੀਂ ਸੀ, ਮੈਂ ਉੱਥੇ ਰਿਸ਼ਤਾ ਕਰਾਇਆ ਸੀਗਾ। ਸੋ ਮੈਂ ਬੇਨਤੀ ਕਰਦਾ ਵੀ ਜਿਹੜਾ ਕੋਈ ਜਾ ਕੇ ਰਿਸ਼ਤਾ ਇੱਥੋਂ ਆਪਣਾ ਕਰਾਉਂਦਾ ਨਾ, ਕੈਨੇਡਾ ਤੋਂ ਜਾ ਕੇ ਦਾਜ ਜਿਹੇ ਜਿਹਾ ਆਪਣੇ ਉੱਥੇ ਗੋਡੀਆਂ ਲਵਾਉਂਦਾ,
ਉਹਦੇ ਵਿੱਚ ਤਾਂ ਦੇਖੋ ਨਾ, ਮਤਲਬ ਪਰਮਾਤਮਾ ਨੇ ਦਿੱਤਾ ਉਹਦਾ ਕਰਕੇ ਬੰਦਾ ਰੱਜਿਆ ਨਹੀਂ। ਜੇ ਉਹ ਦਾਰੂ ਸ਼ਿੱਕਾ ਪੀਂਦਾ ਤਾਂ ਲੜਕੀ ਨੂੰ ਮੰਗਾ ਦੇਣਾ ਚਾਹੀਦਾ, ਮੰਗਾ ਕੇ। ਲੜਕੀਆਂ ਸਾਰੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਇਹ ਲੜਕੀ ਜੇ ਕੋਈ ਜਾਇਦਾਦ ਹੈ ਨਾ ਉੱਥੇ ਉਹ ਚੋਂ ਹਿੱਸਾ ਦਵਾ ਦੇਣਾ ਚਾਹੀਦਾ ਜੇ ਉਹ ਨਹੀਂ ਮੰਗਾਉਂਦਾ ਲੜਕਾ। ਮੈਨੂੰ ਬਹੁਤ ਹੀ ਇਹਦੇ ਨਾਲ ਆਪਣੇ ਜਿਵੇਂ ਕਹਿੰਦੇ ਵੀ ਮੈਂ ਸਹਿਮਤੀ ਪ੍ਰਗਟ ਕਰਦਾ। ਮੈਨੂੰ ਬੜਾ ਤਰਸ ਆ ਰਿਹਾ ਬੇਟੀ ਤੇ। ਮੈਨੂੰ ਨਹੀਂ ਪਤਾ ਮਾਪੇ ਨੇ ਕਿੱਥੋਂ ਕਿੰਨਾ ਪੈਸਾ ਖਰਚ ਕੀਤਾ, ਇਹ ਦੱਸ ਰਹੀ ਹੈ ਵਿਚਾਰੀ। ਮੈਂ ਤਾਂ ਇਹ ਕਹਿਣਾ ਇਹਦੀ ਪੂਰੀ ਹੈਲਪ ਕਰੋ। ਬਾਸੀ ਸਾਹਿਬ ਤੁਹਾਡਾ ਜਿਹੜਾ ਇਹ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੇਵਾ ਕਰਦੇ ਰਹੋ। ਮੇਰੀ ਬੇਨਤੀ ਸਾਡੀਆਂ ਭੈਣਾਂ ਕਿੰਨੀ ਵੱਡੀ ਗਿਣਤੀ ਸੋ ਰਹੀਆਂ ਨੇ ਕਿ ਇਹ ਲੜਕੀ ਪੰਜਾਬ ਤੋਂ ਹੈ ਅਤੇ ਲੜਕਾ ਜਿਹੜਾ ਸਰੀ ਦਾ ਰਹਿਣ ਵਾਲਾ ਹੈ, ਔਰ ਸਾਨੂੰ ਤੁਸੀਂ ਕਾਲ ਕਰੋ ਕਿ ਲੜਕੀ ਹੁਣ ਕਰੇ ਕੀ। ਔਰ ਲੜਕਾ ਪੈਸੇ ਮੰਗ ਰਿਹਾ, ਔਰ 20 ਲੱਖ ਪਹਿਲਾਂ ਲੈ ਲਿਆ, ਹੁਣ ਡਿਮਾਂਡ 10 ਲੱਖ ਦੀ ਹੋਰ ਕਰ ਰਿਹਾ 50 ਲੱਖ ਤੋਂ। ਇਹ ਲੜਕੀ ਕਰੇ ਕੀ ਡਿਸੀਜਨ ਲਵੇ। ਆਓ ਇਸ ਲੜਕੀ ਨੂੰ ਤੁਸੀਂ ਆਪਣੀ ਐਡਵਾਈਸ ਦਿਓ, ਪਲੀਜ਼ ਆਪਣਾ ਮਾਈਂਡ ਦਿਓ ਔਰ ਸਾਨੂੰ ਕਾਲ ਕਰੋ 46785 0680। ਤੁਹਾਡੇ ਸੀ ਕਾਲ ਦੀ ਡੀਕ ਵਿੱਚ ਆ। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ। ਕਾਲਰ ਲਾਈਨ ਤੇ ਤੁਸੀਂ ਲਾਈਨ ਤੇ 137 ਕਾਲਰ ਤੁਸੀਂ ਲਾਈਨ ਤੇ ਜੀ 317 379 7044 ਜੀ ਲਾਈਨ ਤੇ ਬੋਲੋ। ਅਸੀਂ ਆਪਣੇ ਸੋਚਦੇ ਸੀ ਕਿ ਜੋ ਕਾਲ ਕਰਦੇ ਹੋ ਕਾਲ ਕਰੋ। ਔਰ ਇਸ ਵੇਲੇ ਅਸੀਂ ਲਵਪ੍ਰੀਤ ਜਿਹੜੇ ਕਿ ਖਾਲਸਾ ਲੁਧਿਆਣੇ ਦੇ ਲਾਗੇ ਪਿੰਡ ਆ, ਰਾਏਕੋਟ ਤਹਿਸੀਲ ਦੇ ਵਿੱਚ ਪੈਂਦਾ ਆ, ਦੱਸਣ ਦੇ ਮੁਤਾਬਕ ਇਹ ਲੜਕੀ ਦੋਸ਼ ਲਾ ਰਹੀ ਹੈ ਲੜਕੇ ਤੇ ਫੈਮਿਲੀ ਤੇ। ਇਹ ਸਟੋਰੀ ਇਹ ਸੱਚੀ ਹੈ ਝੂਠੀ ਹੈ ਵੀ ਡੋਂਟ ਨੋ, ਸਾਡਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ ਹੈ। ਪਰ ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਔਰ ਇਹ ਰਾਮਗੜ੍ਹ ਵਿਆਹੀ ਹੈ ਜਿਹੜੇ ਖੰਨੇ ਦੇ ਕੋਲ ਹੈ, ਔਰ ਇਹਨਾਂ ਦਾ ਪਿੰਡ ਇਸ ਲੜਕੀ ਦਾ ਉਹ ਖਾਲਸਾ ਆ। ਹਾਂਜੀ ਅਸੀਂ ਕਾਲਰ ਹੈ, ਪਲੀਜ਼ ਗਿਵ ਮੀ ਕਾਲ। ਹਾਂਜੀ ਬੋਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਤੁਹਾਨੂੰ ਕਿ ਬਾਰ-ਬਾਰ ਕਹਿ ਰਹੇ ਸੀ ਬੋਲੇ ਨਹੀਂ ਤੁਸੀਂ, ਬੇਨਤੀ ਹੈ ਟਾਈਮ ਵੇਸਟ ਹੋ ਰਿਹਾ, ਬੋਲੋ ਸਰ। ਹਾਂਜੀ ਸਰ, ਜਦੋਂ ਕੈਸ਼ ਇਨਵੋਲਵ ਹੋਇਆ ਸੀ ਇਹਨਾਂ ਦੇ ਕੋਈ ਵੀਡੀਓ ਪ੍ਰੂਫ ਹੈਗਾ ਇਹਨਾਂ ਕੋਲੇ ਬਈ ਇੰਨਾ ਕੈਸ਼ ਦੇ ਰਹੇ ਆ ਦਾਜ ਚ? ਹਾਂਜੀ ਆਪਣੇ ਮੇਰੇ ਖਿਆਲ ਕਿ ਜਦੋਂ ਰਿਸ਼ਤਾ ਹੁੰਦਾ ਹੈ ਕੋਈ ਵੀਡੀਓ ਤਾਂ ਨਹੀਂ ਬਣਾਈ ਜਾਂਦੀ ਕਿ ਆ ਲਓ ਵੀਡੀਓ, ਪੈਸੇ ਕੋ ਨਾਲ ਲੈਂਦਾ ਤੇ ਨਾ ਕੋਈ ਫਿਰ। ਨਹੀਂ ਸਰ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਵਾ। ਵੀਡੀਓ ਪ੍ਰੂਫ ਹੈਗਾ ਤੁਹਾਡੇ ਕੋਲ? ਹਾਂਜੀ ਸਰ ਸਾਡੇ ਕੋਲ ਸਾਰਾ ਵੀਡੀਓ ਪ੍ਰੂਫ ਮੂਵੀ ਫੋਟੋਆਂ ਸਾਡੇ ਐਨਆਰਆਈ ਸੈੱਲ ਦੇ ਵਿੱਚ ਇਹਦੀ ਰਿਪੋਰਟ ਕਰਾ ਕੇ ਉਹਨੂੰ ਮੰਗਾ ਸਕਦੇ ਨੇ ਮੁੰਡੇ ਨੂੰ ਇੱਥੇ ਇੰਡੀਆ। ਨਹੀਂ ਕੋਈ ਐਸਾ ਕੇਸ ਨਹੀਂ, ਤੁਸੀਂ ਸਿਟੀਜ਼ਨ ਹੈ ਔਰ ਇਸ ਮੈਟਰ ਤੇ ਕੋਈ ਐਸੀ ਟ੍ਰੀਟ ਨਹੀਂ ਗਵਰਨਮੈਂਟ ਦੀ। ਮਿਹਰਬਾਨੀ ਕਾਲਰ, ਅਗਲੀ ਕਾਲ ਪਲੀਜ਼। ਹਾਂਜੀ ਨੈਕਸਟ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਭੈਣ ਜੀ, ਬੋਲੋ ਇਸ ਲੜਕੀ। ਬਸ ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਹੁਣ ਉਹ ਬੰਦਾ ਨਹੀਂ ਇਹਨਾਂ ਨੂੰ ਮੰਗਾ ਰਿਹਾ ਹੈਗਾ ਤਾਂ ਲੱਗਦਾ ਨਹੀਂ ਹੈਗਾ ਕਿ ਉਹ ਇਹਨਾਂ ਨੂੰ ਸਪਾਂਸਰ ਕਰੂਗਾ। ਇਹਨਾਂ ਨੂੰ ਵਿਚਾਰਿਆਂ ਦਾ ਕਾਫੀ ਪੈਸਾ ਖਰਚ ਹੋ ਚੁੱਕਾ ਆ ਜੀ। ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹ ਜਿਹੜਾ ਪੈਸਾ, ਜਿਹਨਾਂ ਕੋਲ ਕੋਈ ਪ੍ਰੂਫ ਵਗੈਰਾ ਹੈਗਾ ਆ, ਜਿਹਨਾਂ ਕੋਲ ਰੈਕਡ ਵਗੈਰਾ ਹੈਗਾ ਆ ਕੁਛ, ਉਹ ਪੈਸਾ ਕਿਸੇ ਤਰੀਕੇ ਨਾਲ ਉਹਨਾਂ ਦੀ ਫੈਮਿਲੀ ਕੋਲੋਂ ਜਾਂ ਉਸ ਲੜਕੇ ਕੋਲੋਂ ਵਾਪਸ ਲੈ ਕੇ ਆਉਣਾ ਚਾਹੀਦਾ ਕਿਸੇ ਨੂੰ ਵਿੱਚ ਇਨਵੋਲਵ ਕਰਕੇ। ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉੱਥੇ ਇਹਨਾਂ ਨੂੰ ਆਪਣੀ ਲਾਈਫ ਬਾਰੇ ਅੱਗੇ ਸੋਚਣਾ ਚਾਹੀਦਾ। ਮੇਰਾ ਤਾਂ ਇਹੀ ਵਿਚਾਰ ਹੈ, ਕਿਉਂਕਿ ਲੱਗਦਾ ਨਹੀਂ ਕਿ ਉਹ ਲੜਕਾ ਇਹਨਾਂ ਨੂੰ ਉਹ ਸਪਾਂਸਰ ਕਰੂਗਾ ਤਾਂ ਉਹਨੂੰ ਵੇਟ ਕਰਨ ਦਾ, ਹੋਰ ਪੈਸਾ ਖਰਾਬ ਕਰਨ ਦਾ ਕੋਈ ਸੈਂਸ ਨਹੀਂ ਬਣਦੀ ਹੈਗੀ ਕਿ ਉਹ ਹੋਰ ਪੈਸਾ ਮੰਗਣ ਦਾ ਹੋਰ ਦੇਈ ਜਾਣ। ਉਹਨੇ ਫਿਰ ਵੀ ਨਹੀਂ ਮੰਗਾਣਾ ਹੈਗਾ। ਲਵਪ੍ਰੀਤ ਤੁਹਾਡੇ ਕੋਲ ਬੱਚਾ ਤਾਂ ਨਹੀਂ ਬੇਟਾ? ਨਹੀਂ ਸਰ ਸਾਡੇ ਕੋਲ ਮੇਰੇ ਕੋਲ ਕੋਈ ਨਹੀਂ ਹੈਗਾ। ਅਗਲੀ ਕਾਲ ਪਲੀਜ਼। ਹਾਂਜੀ ਓਕੇ ਜੀ, ਥੈਂਕ ਯੂ ਜੀ। ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਸਰ, ਬੋਲੋ। ਹਾਂਜੀ ਬਾਸੀ ਸਾਹਿਬ ਮੈਂ ਨਾ ਖੁਦ ਆਪਣੇ ਰੈਕੋਰਡ ਏਰੀਆ ਦਾ ਹਾਂ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ, 2 ਮਿੰਟ ਤੁਹਾਡੇ ਲੈਣੇ ਆ। ਬਾਸੀ ਸਾਹਿਬ ਇਹ ਮੁੰਡਾ ਹੈਗਾ ਕੈਨੇਡੀਅਨ ਬੋਰਨ ਜੀ। ਗਲਤੀ ਨਾ ਤਾਂ ਮੁੰਡੇ ਦੀ ਆ, ਗਲਤੀ ਮੁੰਡੇ ਦੇ ਮਾਂ-ਬਾਪ ਦੀ ਆ। ਇੰਡੀਆ ਦੀ ਕੁੜੀ ਦੇ ਨਾਲ ਜਾ ਕੇ ਉਹਦੀ ਮੈਰਿਜ ਕੀਤੀ ਆ। ਔਰ ਇਹ ਗੱਲ ਬਾਸੀ ਸਾਹਿਬ 99% ਸਹੀ ਨਿਕਲੂਗੀ। ਜ਼ਰੂਰ ਕਿਸੇ ਨਾ ਕਿਸੇ ਦਾ ਇਹਨਾਂ ਦਾ ਕੋਈ ਚੱਕਰ ਆਪਸ ਚ ਹੋਇਆ, ਮੈਸੇਜ ਜ਼ਰੂਰ ਆਉਂਦੇ ਹੋਣੇ ਆ। ਉਹ ਮੁੰਡੇ ਨੂੰ ਪਤਾ ਲੱਗ ਗਿਆ ਕਿ ਰਿਲੇਸ਼ਨਸ਼ਿਪ ਹੈਗੀ ਆ ਕਿਤੇ, ਤਾਂ ਇਹਨੇ ਇਹਨਾਂ ਦੀ ਰਿਲੇਸ਼ਨਸ਼ਿਪ ਖਰਾਬ ਕੀਤੀ ਆ ਜੀ। ਬਾਅਦ ਚ ਅਕਿਊਜ਼ ਕਰਨ ਬਸ ਜਿਵੇਂ ਮਰਜ਼ੀ ਕਰੀ ਚੱਲੋ। ਮੈਂ ਗਰੰਟੀ ਹੈ ਜੀ ਤੁਸੀਂ ਇਸ ਚੀਜ਼ ਨੂੰ ਡੀਪਲੀ ਸਰਚ ਕਰੋਗੇ ਨਾ, ਤੁਸੀਂ ਪੱਕੇ ਦੇਖ ਲਓ ਪ੍ਰੂਫ ਉਹਦੇ ਕੋਲ ਮੁੰਡੇ ਨੇ ਇਤਲਾ ਦੌਰ ਨਾ ਕਿ ਏਦਾਂ ਝੂਠਾ ਅਕਿਊਜ਼ ਕਿਸੇ ਨੂੰ ਕਰਦੇ ਅਗਲੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ ਨੂੰ ਲੜਕੇ ਨੂੰ ਲਾਈਨ ਤੇ ਲਿਆਂਦਾ ਜਾਵੇ ਔਰ ਜੇ ਲੜਕਾ ਸਿਰ ਪ੍ਰੋਮਿਸ ਹੋ ਰਿਹਾ ਸਾਨੂੰ ਕਾਲ ਕਰੇ। ਰਾਮਗੜ੍ਹ ਦਾ ਸੀ ਨਾ ਨਹੀਂ ਲੈ ਰਹੇ, ਹਾਲੇ ਤੱਕ ਉਹ ਸਾਨੂੰ ਮਿਲ ਨਹੀਂ ਰਿਹਾ। ਔਰ ਆਪਣੇ ਲਵਪ੍ਰੀਤ ਤੇ ਟੈਲੀਮੀਟਰੂ ਜਾਣੇ ਤੁਹਾਡੇ ਕੋਈ WhatsApp ਤੇ ਕਿਸੇ ਦਾ ਕੋਈ ਮੈਸੇਜ ਆਉਂਦਾ ਹੋਵੇ, ਤੁਹਾਡੇ ਹਸਬੈਂਡ ਨੇ ਚੈੱਕ ਕਰ ਲਿਆ ਹੋਵੇ। ਲਵਪ੍ਰੀਤ ਕੁਝ ਕਹਿਣਾ? ਨਹੀਂ ਸਰ ਮੈਨੂੰ ਕੋਈ ਉਹਨਾਂ ਦਾ ਮੈਸੇਜ ਨਹੀਂ ਆਉਂਦਾ ਹੈਗਾ। ਆਈ ਸੀ। ਓਕੇ ਜੀ, ਅਗਲੀ ਕਾਲ ਪਲੀਜ਼। ਨੈਕਸਟ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਸੀ ਸਾਹਿਬ। ਬੇਟਾ ਜੀ ਇਹ ਕੁੜੀ ਦੀ ਕਹਾਣੀ ਸੁਣ ਕੇ ਬੜਾ ਦੁੱਖ ਹੋਇਆ ਵੀ ਇੰਡੀਆ ਵਾਲੇ ਕੁੜੀਆਂ ਨੂੰ ਵਿਆਹੁੰਦੇ ਆ ਜਦੋਂ ਆਹ ਕੀ ਚੱਕਰ ਪਾਉਂਦੇ ਮੁੰਡੇ।
ਤੇ ਇਹ ਤਾਂ ਇਹ ਲਈ ਤਾਂ ਖਾਸ ਇੱਥੇ ਦੀ BC ਦੀ ਗਵਰਨਮੈਂਟ ਨੂੰ ਤੇ ਸਾਰੇ ਇਨਵੋਲਵ ਹੋਣਾ ਚਾਹੀਦਾ ਬੇਟਾ, ਤੇ ਇਹਨਾਂ ਦਾ ਕੁਛ ਨਾ ਕੁਛ ਕਰਨਾ ਚਾਹੀਦਾ। ਇਹ ਤਾਂ ਲੁਟੇਰੇ ਮੁੰਡੇ ਪਤਾ ਨਹੀਂ ਕੀ ਇਹ ਕਰਦੇ ਆ। ਤੁਸੀਂ ਆਪ ਸਿਆਣੇ ਬਾਸੀ ਸਾਹਿਬ, ਇਦਾਂ ਦੀ ਬਹੁਤ ਕੁੜੀਆਂ ਨਾਲ ਹੋਇਆ ਹੈਗਾ ਇਹਨਾਂ ਜੋ, ਕਿਉਂਕਿ ਹਾਲੇ ਵਨ ਸਾਈਡਡ ਸਟੋਰੀ ਹੈ ਔਰ ਲੜਕਾ ਜਿਹਨਾਂ ਚ ਇੱਕ ਪੱਖ ਨਹੀਂ ਦੱਸਦਾ ਆਪਣਾ, ਉਹਨਾਂ ਚ ਅਸੀਂ ਕਹਿ ਨਹੀਂ ਸਕਦੇ। ਲਵਪ੍ਰੀਤ ਆਪਣੀ ਸਾਈਡ ਦੱਸ ਰਹੀ ਹੈ ਔਰ ਲੱਗਦਾ ਹੈ ਕਿ ਉਸ ਲੜਕੀ ਨੂੰ ਇਹ ਸ਼ੱਕ ਹੈ ਕਿ ਲੜਕੀ ਕੈਨੇਡਾ ਆਣ ਕੇ ਉਹਨੂੰ ਛੱਡ ਨਾ ਜਾਵੇ, ਜਿਸ ਕਰਕੇ ਉਹ ਡਿਮਾਂਡ ਕਰ ਰਿਹਾ, ਜੋ ਕਿ ਖੁਦ ਆਪ ਐਡਮਿਟ ਕੀਤਾ ਲਵਪ੍ਰੀਤ ਨੇ। ਨੈਕਸਟ ਕਾਲ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਕਾਲਰ ਲਾਈਨ ਤੇ ਤੁਸੀਂ। ਹੈਲੋ, ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਕੀ ਕਹਿਣਾ ਚਾਹੁੰਦੇ? ਜਿਹੜੇ ਮੇਰੇ ਦੋ ਸਵਾਲ ਹੀ ਨੇ, ਦੇਖੋ ਇੱਕ ਤਾਂ ਪਹਿਲਾਂ ਕਰ ਗਏ ਨੇ ਬਾਈ ਜੀ, ਜਿਹੜੇ ਹੁਣ ਬੇਟੀ ਦੀ ਉਮਰ 18 ਸਾਲ ਸੀਗੀ, ਇੱਕ ਤਾਂ ਮੇਰਾ ਇਹ ਸਵਾਲ ਹੈ ਵੀ ਉਹ ਪੜ੍ਹਨ ਲਿਖਣ ਦੀ ਉਮਰ ਦੇ ਵਿੱਚ ਮਾਪਿਓ ਨੂੰ ਇੰਨੀ ਜਲਦੀ ਸ਼ਾਦੀ ਕਿਉਂ ਕਰਨੀ ਪਈ? ਤੇ ਮੈਂ ਕਾਲ ਕਰਕੇ ਨਾ 2-3 ਸਵਾਲ ਕਰਕੇ ਮੈਂ ਕਾਲ ਕਰ ਦੇਣੀ ਹੈ, ਕਿਉਂਕਿ ਟਾਈਮ ਬੜਾ ਕੀਮਤੀ ਹੈ ਤੁਹਾਡਾ। ਤੇ ਦੂਸਰਾ ਸਵਾਲ ਸੀਗਾ, ਜੇ ਹੁਣ ਬੇਟੀ ਕਿਉਂਕਿ ਸਾਡੇ ਨਾ ਇੱਕ ਰਿਸ਼ਤੇਦਾਰੀ ਸੀਗਾ ਮੁੰਡਾ ਨੰਦਾ ਤੇ ਵੀ, ਉਹ ਇੱਥੋਂ ਹੀ ਗਿਆ ਸੀ, ਮੈਂ ਮਤਲਬ ਬਾਹਰਲੇ ਦੇਸ਼ ਤੋਂ ਹੀ, ਤੇ ਉਹ ਸਟਰਗਲ ਕਰਦਾ ਸੀ ਫੇਰਿਆਂ ਤੇ ਵੀ, ਸਾਨੂੰ ਪਤਾ ਸੀਗਾ ਵੀ ਉਹ ਨਸ਼ੇ 'ਚ ਹੈ ਨਾ, ਤੇ ਉਹਦੇ ਮਾਪਿਓ ਨੇ ਉਹ ਬੇਟੀ ਨੂੰ ਧੀ ਬਣਾ ਕੇ ਚਲੋ ਲੈ ਕੇ ਗਏ ਨੇ, ਤੇ ਅੱਜ ਉਹ ਪਰਿਵਾਰ ਵਸਦਾ, ਉਹ ਬੇਟੀ ਨੇ ਸਾਰਾ ਕੁਝ, ਮੁੰਡਾ ਵੀ ਠੀਕ ਕਰ ਲਿਆ ਹੌਲੀ। ਜੇ ਇਹਨਾਂ ਦੇ ਸੱਸ ਸਹੁਰਾ ਸਾਹਿਬ ਜੇ ਉਹ ਚਾਹੁੰਦੇ ਨੇ ਇਹਨੂੰ ਬੇਟੀ ਨੂੰ ਵਸਾ ਸਕਦੇ ਨੇ, ਤੇ ਜੇ ਕੋਈ ਪ੍ਰੋਬਲਮ ਹੈ ਮੁੰਡੇ ਨੂੰ, ਕੋਈ ਸ਼ੱਕ ਹੈ ਇਹਨਾਂ ਦੇ ਮਤਲਬ ਜੇ ਫੋਨ ਦੇ, ਕਿਉਂਕਿ ਮੈਂ ਛੋਟੀ ਉਮਰ ਦੇ ਵਿੱਚ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ, ਦੋਸਤ ਮਿੱਤਰ ਸਾਰਿਆਂ ਦੇ ਹੁੰਦੇ ਨੇ, ਇਹ ਮੈਂ 2-3 ਚੀਜ਼ਾਂ ਤੁਸੀਂ ਕਲੀਅਰ ਕਰ ਦਿਓ, ਮੈਂ ਆਫ ਏਅਰ ਸੁਣ ਲੈਣਾ ਵਿੱਚ। ਧੰਨਵਾਦ। ਮਿਹਰਬਾਨੀ ਜੀ। ਹਾਂ, ਕੁਝ ਕਹਿਣਾ ਚਾਹੁੰਦੇ ਹੋ ਲਵਪ੍ਰੀਤ ਦੇ ਬਾਰੇ? ਤੁਹਾਡੀ ਕੋਈ ਛੋਟੀ ਉਮਰ ਦੇ ਵਿੱਚ? ਸਰ ਨਹੀਂ ਸਰ, ਦੇਖੋ ਮੇਰੇ ਪਹਿਲਾਂ ਸਹੁਰਾ ਸਾਹਿਬ ਮੈਨੂੰ ਇਹ ਗੱਲ ਕਹਿ ਰਹੇ ਸੀ। ਪਲੀਜ਼ ਡ੍ਰੌਪ ਦੀ ਕਾਲ। ਹਾਂਜੀ ਜੀ ਬੋਲੋ। ਹੈਲੋ ਲਵਪ੍ਰੀਤ, ਕੀ ਕਹਿੰਦੇ ਸਹੁਰਾ ਸਾਹਿਬ ਤੁਹਾਡੇ? ਹਾਂਜੀ ਸਰ, ਮੇਰੇ ਸਹੁਰਾ ਸਾਹਿਬ ਪਹਿਲਾਂ ਮੈਨੂੰ ਇਹ ਗੱਲ ਕਹਿ ਰਹੇ ਸੀਗੇ ਵੀ ਜੇ ਮੁੰਡਾ ਸਪਾਂਸਰ ਨਹੀਂ ਕਰਦਾ ਹੈਗਾ ਵੀ ਮੈਂ ਤੈਨੂੰ ਸਪਾਂਸਰ ਕਰੂੰਗਾ, ਮੈਂ ਤੈਨੂੰ ਸੱਟੂੰਗਾ, ਮੈਂ ਜਿੱਦਾਂ ਮਰਜ਼ੀ ਸੱਟਾਂ। ਮੇਰੇ ਸਹੁਰਾ ਸਾਹਿਬ ਨੇ ਵੀ ਮੈਨੂੰ ਇਹ ਪਹਿਲਾਂ ਗਾਰੰਟੀ ਕੱਟੀ ਸੀ, ਬਟ ਸਰ ਅੱਜ ਉਹ ਵੀ ਮੈਨੂੰ ਕਾਲ ਕਰ ਰਹੇ ਹੈਗੇ, ਉਹ ਵੀ ਨਾ ਮੈਂ ਇਧਰੋਂ ਕਾਲ ਕਰਦੀ ਆ, ਉਹ ਮੇਰਾ ਫੋਨ ਚੱਕ ਨਹੀਂ ਰਹੇ ਹੈਗੇ। ਮੈਂ ਬਹੁਤ ਜ਼ਿਆਦਾ ਕਾਲ ਕਰ ਥੱਕ ਜਾਂਦੀ ਆ ਸਰ, ਫਿਰ ਮੇਰਾ ਆਪ ਦਾ ਮੂਡ ਇਦਾਂ ਆਫ ਹੋ ਜਾਂਦਾ, ਬਟ ਸਰ ਉਹ ਮੇਰੀ ਕਾਲ ਚੱਕਦੇ ਹੀ ਨਹੀਂ ਹੈਗੇ। ਔਰ ਮੇਰਾ ਸਟਾਫ ਇੱਕ ਵਾਰ ਫਿਰ ਫੋਨ ਕਰਦਾ ਸੀ, ਨੰਬਰ ਦਿੰਦੇ ਆਪਣੇ ਸਟਾਫ ਨੂੰ, ਸ਼ਾਇਦ ਸਾਡੀ ਲਾਈਨ ਚੌਕਲੈਂਡ ਮਾਈਟ ਹੀ ਐਗਰੀ ਟੂ ਟਾਕ ਟੂ ਅਸ, ਔਰ ਉਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ। ਤੁਸੀਂ ਲਾਈਨ ਨਾਲ ਜੁੜੇ ਰਹਿਣਾ। ਜੇ ਤੁਹਾਡੇ ਸਹੁਰਾ ਸਾਹਿਬ ਲਾਈਨ ਤੇ ਆਏ, ਤੁਸੀਂ ਗੱਲ ਕਰੋਗੇ ਉਹਨਾਂ ਨਾਲ? ਹਾਂਜੀ ਸਰ, ਹਾਂਜੀ। ਆਈ ਸੀ, ਔਰ ਵਿਦ ਰਿਸਪੈਕਟ ਗੱਲ ਕਰਨੀ, ਔਰ ਗਾਉਂਦਾ ਪੰਜਾਬ। ਅੱਛਾ ਜੀ, ਨੈਕਸਟ ਕਾਲ ਪਲੀਜ਼। ਕਾਲਰ ਸਪੀਕ ਯੂਰ ਮਾਈਂਡ। ਹਾਂਜੀ ਬਾਸੀ ਜੀ, ਸਤਿ ਸ੍ਰੀ ਅਕਾਲ ਜੀ। ਜੀ ਬਾਸੀ, 2-3 ਸਾਲ ਪਹਿਲਾਂ ਵੀ ਇਦਾਂ ਦਾ ਇੱਕ ਕੇਸ ਹੋਇਆ ਸੀਗਾ, ਤੇ ਉਹ ਗਰੋਹ ਸੀਗਾ ਆਪਣੇ ਇੱਥੇ ਕੈਨੇਡਾ ਦੇ ਵਿੱਚ, ਉਹ ਬੱਚਿਆਂ ਨੂੰ ਇਧਰੋਂ ਲਿਜਾ ਕੇ ਨਾ ਉਧਰ ਮੈਰੀ ਕਰ ਦਿੰਦਾ ਸੀ ਉਹਨਾਂ ਦੀ। ਉਸਦੇ ਵਿੱਚ $5-10,000 ਦੇ ਦਿੰਦੇ ਬੱਚੇ ਨੂੰ ਜੀ। ਨਹੀਂ, ਇਹ ਤਾਂ ਜਿਹੜਾ ਬੱਚਾ ਗਿਆ ਕੈਨੇਡੀਅਨ ਦੇ ਨਾਲ ਮਦਰ ਗਈ ਸੀਗੀ ਔਰ ਫੈਮਿਲੀ ਗਈ ਹੈ, ਔਰ ਫੈਮਿਲੀ ਰਿਜੈਕਟ ਕਰ ਦਿੱਤੀ। ਬਾਸੀ ਜੀ ਉੱਥੇ ਕਿਹੜਾ DNA ਕਿਸੇ ਨੇ ਟੈਸਟ ਕੀਤਾ ਵੀ ਮਦਰ ਹੋਣਾ ਜੀ ਨਾਲ, ਹੈ ਨਾ। ਐਨੀਵੇ ਲਵਪ੍ਰੀਤ, ਜਦੋਂ ਤੁਹਾਡੀ ਸ਼ਾਦੀ ਹੋਈ ਹੈ ਤੁਹਾਨੂੰ ਪਤਾ ਕਿ ਤੁਹਾਡੀ ਮਦਰ ਲਾਅ ਸੱਚਮੁੱਚ ਹੀ ਤੁਹਾਡੀ ਮਦਰ ਲਾਅ ਸੀਗੀ, ਤੁਹਾਡੇ ਨਾਲ ਨਾ ਰਹੀ 2 ਮਹੀਨੇ ਉੱਥੇ? ਹਾਂਜੀ ਸਰ, ਹਾਂਜੀ। ਓਕੇ ਜੀ, ਨੈਕਸਟ ਕਾਲ ਪਲੀਜ਼। ਹਾਂਜੀ, ਕਾਲਰ ਸਪੀਕ ਯੂਰ ਮਾਈਂਡ। ਹੈਲੋ ਜੀ ਬੋਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਜੀ ਬੋਲੋ ਜੀ। ਹਾਂਜੀ, ਮੇਰੀ ਇੱਕ ਬੇਨਤੀ ਹੈਗੀ ਜੀ ਸਾਰੇ ਧੀਆਂ ਵਾਲਿਆਂ ਨੂੰ ਕਿ ਕੋਈ ਪੈਸਾ ਨਾ ਲਾਣ, ਬਹੁਤਾ ਪੈਸਾ ਲਾਣ ਦਾ ਕੋਈ ਫਾਇਦਾ ਨਹੀਂ ਹੈਗਾ। ਦੂਸਰਾ, ਛੋਟੀ ਉਮਰ 'ਚ ਵਿਆਹ ਨਾ ਕਰਨ। ਓਕੇ ਜੀ, ਥੈਂਕ ਯੂ। ਓਕੇ, ਨੈਕਸਟ ਕਾਲ ਪਲੀਜ਼। ਆਓ ਤੁਸੀਂ ਆਪਣਾ ਵਿਚਾਰ ਰੱਖੋ, ਉਸ ਲੜਕੀ ਕੀ ਕਰੇ ਹੁਣ, ਫੈਸਲਾ ਦਿਓ, ਕੋਈ ਚੰਗਾ ਕਮੈਂਟ ਦਿਓ। ਹਾਂਜੀ ਬੋਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ, ਬੋਲੋ। ਹਾਂਜੀ, ਮੈਂ ਤਾਂ ਇਹ ਕਹਿਣਾ ਵੀ ਭੈਣ ਮੇਰੀ ਇਹ ਕੋਟਾਂ 'ਚ ਫਿਰਦੇ, ਤੇਰੇ ਸਿਰ ਦੇ ਵਾਲ ਵੀ ਹੋ ਜਾਣਗੇ ਚਿੱਟੇ। ਤੁਹਾਡਾ ਜੁਆਇੰਟ ਫੈਮਿਲੀ ਹੈ ਜੀ, ਜਿਵੇਂ ਭੁੱਲਰ ਕਹਿ ਕੇ ਗਿਆ ਸੀ, ਉਹਨਾਂ ਦੇ ਘਰ 'ਚ ਬਹਿ ਜਾਣ ਜੀ। ਸਾਡੇ ਪਿੰਡ ਵੀ ਐਂ ਹੋਈ ਸੀਗੀ ਜੀ, ਉਹ ਘਰ 'ਚ ਬਹਿ ਗਏ ਜੀ ਵਾਸੀ ਸਾਹਿਬ ਜੀ। NRI ਲੜਨ ਤੋਂ ਬਹੁਤ ਡਰਦਾ ਜੀ, ਉੱਥੇ ਪਤਾ ਪੁਲਿਸ ਬੜਾਂਗਾ NRI ਦੀ ਕਰਦੀ ਹੈ ਜੀ। ਜੇ ਸਮਾਨੀ ਫਾਇਰ ਵੀ ਹੋ ਗਿਆ ਜੀ 20 ਲੱਖ 'ਚ ਪਊ ਜੀ, ਕਬਜ਼ਾ ਲੈਣ ਗਿਆ ਤਾਂ। ਲਵਪ੍ਰੀਤ, ਤੁਸੀਂ ਉਸ ਜਿਹੜਾ ਘਰ ਹੈ ਜਾਂ ਕੋਠੀ ਬਣਾਈ ਹੋਈ ਹੈ ਨਾ ਪਰਿਵਾਰ ਨੇ ਇੰਡੀਆ ਵਿੱਚ? ਜੀ ਬਾਸੀ ਸਾਹਿਬ ਜੀ, ਇੱਕ ਜੁਆਇੰਟ ਫੈਮਿਲੀ ਵਿੱਚ ਹੀ ਬਹਿ ਜੇ, ਉਹਨਾਂ ਵਾਲੀ ਬਾਹਣ ਵਿੱਚ ਹੀ ਪਾਈ ਜਾਂਦੀ। ਉੱਥੇ ਲੋਕ ਲੱਗਾ ਹੋਇਆ ਜਾਂ ਕੋਈ ਰਹਿ ਰਿਹਾ ਪਰਿਵਾਰ ਕੋਈ ਇੱਥੇ ਘਰ 'ਚ? ਨਹੀਂ ਸਰ, ਇੱਥੇ ਲੋਕ ਲੱਗਿਆ ਹੋਇਆ ਹੈ। ਚਾਬੀ ਤੁਹਾਡੇ ਕੋਲ ਨਹੀਂ ਹੈ? ਜਿੱਦਾਂ ਭੰਨ ਲੈਣ ਦੀ 2 ਮਾਰ ਜੀ। ਸਹੁਰਾ ਸਾਹਿਬ ਦੇ ਉੱਥੇ ਹੈਗੇ ਨੇ ਤਾਇਆ ਜੀ, ਉਹਨਾਂ ਕੋਲ ਤੁਸੀਂ ਚਾਬੀ ਲੈ ਸਕਦੇ ਹੋ, ਤੁਸੀਂ ਵਿਆਹ ਕਰਾਇਆ ਔਰ ਤੁਸੀਂ ਜਾ ਸਕਦੇ ਹੋ। ਔਰ ਅਗਲੀ ਕਾਲ ਪਲੀਜ਼, ਨੈਕਸਟ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਸਰ ਜੀ, ਮੈਂ ਤਾਂ ਇਹੀ ਕਹਿਣਾ ਮੰਗਣੀ ਆ ਜੀ ਕਿ ਇਹਨਾਂ ਨੂੰ ਪੈਸੇ ਪੂਸੇ ਨਹੀਂ ਹੋਰ ਦੇਣੇ ਚਾਹੀਦੇ।
ਕਿਉਂਕਿ ਇਹ ਜਿਹੜੇ ਬਾਹਰ ਲੜਕੇ ਆ ਨਾ ਇਹ ਇਸ ਤਰ੍ਹਾਂ ਧੋਖੇ ਕਰ ਹੀ ਜਾਂਦੇ ਨੇ। ਹੋ ਸਕਦਾ ਉਹਦੇ 'ਚ ਵੀ ਕੋਈ ਸਰ ਘਾਟ ਹੋਵੇ, ਉਹ 'ਚ ਵੀ ਘਾਟ ਹੋਏਗੀ, ਏਦਾਂ ਦੀ ਤੇ ਕੋਈ ਗੱਲ ਨਹੀਂ ਜਿਹੜਾ ਇਹਦੇ ਤੇ ਦੋਸ਼ ਲਾਉਂਦਾ। ਬਾਕੀ ਇਹ ਹੈ ਸਰ ਵੀ ਉਹ ਦੂਸਰਾ ਜਿਹੜਾ ਮੁੰਡਾ ਹੈਗਾ ਉਹਦੀਆਂ ਵੀ ਗੱਲਾਂ ਸੁਣਾਂਗੇ ਫੇਰ ਹੀ ਪਤਾ ਲੱਗੇਗਾ ਆਪਾਂ ਨੂੰ। ਜੀ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਕੋਸ਼ਿਸ਼ ਕਰਦੇ ਕਿ ਉਹਨਾਂ ਲਿਆਉਣ ਦੀ, ਉਹਨਾਂ ਦਾ ਪੱਖ ਅਸੀਂ ਜਾਣਨਾ ਚਾਹੁੰਦੇ ਹਾਂ। ਔਰ ਪਿੰਡ ਰਾਮਗੜ੍ਹ ਤੋਂ ਆ ਔਰ ਇਹ ਵਨ ਸਾਈਡ ਸਟੋਰੀ ਹੈ। ਲਵਪ੍ਰੀਤ ਕੁਝ ਵੀ ਕਹਿ ਸਕਦੀ ਹੈ, ਸੱਚ ਹੈ ਝੂਠ ਹੈ, ਵੀ ਡੋਂਟ ਨੋ। ਅਗਲੀ ਥੈਂਕ ਯੂ ਸੋ ਮਚ। ਅਗਲੀ ਕਾਲ ਪਲੀਜ਼। ਪ੍ਰਵਿੰਦਰ ਸਪੀਕ ਯੂਰ ਮਾਈਂਡ। ਹਲੋ ਹਾਂਜੀ, ਮੈਂ ਤਾਂ ਇਦਾਂ ਕਹਿਣਾ ਚਾਹੁੰਦਾ ਸੀ, ਚਾਹੇ ਚੱਲ ਜੇ ਉਹਨਾਂ ਨੂੰ ਐਂ ਲੱਗਦਾ ਵੀ ਕੁੜੀ ਚੰਗੀ ਨਹੀਂ ਮਾੜੀ ਆ ਹਨਾ, ਤੇ ਫਿਰ ਫੈਸਲਾ ਕਰ ਲੈਣ। ਕਿਸੇ ਦੀ ਜ਼ਿੰਦਗੀ ਐਂ ਖਰਾਬ ਨਹੀਂ ਕਰਨੀ ਚਾਹੀਦੀ। ਮਿਹਰਬਾਨੀ ਪ੍ਰਵਿੰਦਰ, ਥੈਂਕ ਯੂ ਸੋ ਮਚ। ਨੈਕਸਟ ਕਾਲ ਪਲੀਜ਼। ਪ੍ਰਦੀਪ ਸਪੀਕ ਯੂਰ ਮਾਈਂਡ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬੋਲੋ ਭਾਜੀ। ਮੈਂ ਇਹ ਕਹਿਣਾ ਮੰਗਦੀ ਹਾਂ ਕਿ ਪਹਿਲਾਂ ਤਾਂ ਜਦੋਂ ਕੋਈ ਤਾਂ ਰਿਸ਼ਤਾ ਕਰਨ ਜਾਂਦਾ ਹੈ, ਮਾਂ ਪਿਓ ਇੱਥੇ ਬੱਚਾ ਸ਼ਰਾਬ ਪੀਂਦਾ ਹਰਕਤ ਕਰਦਾ, ਕਹਿੰਦੇ ਵਿਆਹ ਕਰ ਦੋ ਤੇ ਇਹ ਠੀਕ ਹੋ ਜਾਊਗਾ, ਰਾਈਟ ਜੀ। ਇੰਡੀਆ ਲੈ ਜਾਂਦੇ, ਕਿਸੇ ਦੀ ਲਾਈਫ ਖਰਾਬ ਕਰਦੇ। ਪਹਿਲੀ ਗੱਲ ਤਾਂ ਇਹ ਆ ਕੁੜੀ ਵਾਲਿਆਂ ਨੂੰ ਚਾਹੀਦਾ ਸੀ ਇਹ ਪਹਿਲਾਂ ਹੀ ਇਹ ਦੂਜਾ ਠੇਕਾ ਕਰ ਰਿਹਾ, ਪੈਸੇ ਮੰਗ ਰਿਹਾ, ਵਿਆਹ ਕਰਨਾ ਨਹੀਂ ਸੀ ਚਾਹੀਦਾ। ਜੀ ਜੀ। ਜੇ ਹੁਣ ਕੀਤਾ ਆ, ਮੁੰਡਾ ਨਹੀਂ ਚਾਹੁੰਦਾ, ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਆ ਉਸ ਕੁੜੀ ਨੂੰ ਸਪੋਰਟ ਦੇਣ ਨਾ ਆਪਣੀ ਨੂੰ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਔਰ ਅਸੀਂ ਕੱਲ ਦੇ ਪ੍ਰੋਗਰਾਮ ਵਿੱਚ ਸਵੇਰ ਨੂੰ ਸੁਣਨਾ ਪ੍ਰੋਗਰਾਮ ਫਿਰ ਦੁਬਾਰਾ। ਔਰ ਅਸੀਂ ਇਹ ਜਿਹੜਾ ਲੜਕੀ ਦੋਸ਼ ਲਾ ਰਹੀ ਜਿਸ ਬੱਚੇ ਤੇ ਜਿਹਨੇ ਸ਼ਾਦੀ ਕਰਾਈ ਹੈ ਉਹ ਸਰੀ ਵਿੱਚ ਰਹਿੰਦਾ, ਉਸ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਵੀ ਆਪਣਾ ਪੱਖ ਰੱਖ ਸਕਣ। ਜਿਸ ਵੇਲੇ ਪ੍ਰੋਗਰਾਮ ਸੋਰਨ ਨੇ ਜਾਂ ਫਿਰ ਜਾਣਨ ਵਾਲੇ ਕੋਈ ਰਾਮਗੜ੍ਹ ਸਾਨੂੰ ਕਾਲ ਕਰਨ ਔਰ ਇੱਥੇ ਲੜਕੀ ਦਾ ਤਾਇਆ ਵੀ ਰਹਿੰਦਾ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਹਾਂਜੀ ਮਿਹਰਬਾਨੀ ਭਾਜੀ, ਤੁਸੀਂ ਬਹੁਤ ਵਧੀਆ ਜੌਬ ਕਰ ਰਹੇ ਹੋ ਇਹ, ਤੇ ਮੈਂ ਵੀ ਪਰਸਨਲੀ ਬਹੁਤ ਐਕਟਿਵ ਹਾਂ ਕਮਿਊਨਿਟੀ ਦੇ ਵਿੱਚ। ਇੰਨੀਆਂ ਕੁੜੀਆਂ ਦੀ ਸਟੋਰੀ ਸੁਣਨ ਨੂੰ ਮਿਲਦੀ ਆ ਨਾ ਜੀ, ਤੇ ਤੁਸੀਂ ਬਿਲੀਵ ਨਹੀਂ ਕਰਦੇ। ਪ੍ਰਦੀਪ ਤੁਹਾਡਾ ਨੰਬਰ ਕੀ ਹੈ? ਯੂ ਨੋ ਮਾਈਂਡ ਟੂ ਗਿਵ ਮੀ? 905 yeah 332 8177 8177। ਮਿਹਰਬਾਨੀ ਪ੍ਰਦੀਪ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਨੈਕਸਟ ਕਾਲ ਪਲੀਜ਼। ਲਵਜੀਤ ਸਪੀਕ ਯੂਰ ਮਾਈਂਡ। ਹਾਂਜੀ ਬਾਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜੀ ਬਾਜੀ ਸਾਹਿਬ ਗੱਲ ਏਦਾਂ ਜੀ, ਪਹਿਲੀ ਗੱਲ ਤਾਂ ਇੰਡੀਆ ਵਾਲੇ ਘਰ ਤੇ ਇਸ ਭੈਣ ਦਾ ਕਾਨੂੰਨੀ ਤੌਰ ਤੇ ਹੱਕ ਹੈ। ਜਿਹੜਾ ਉਹਨਾਂ ਦਾ ਘਰ ਹੈ ਨਾ ਇੰਡੀਆ ਵਿੱਚ, ਉੱਥੇ ਕਾਨੂੰਨੀ ਤੌਰ ਤੇ ਉਹ ਰਹਿ ਸਕਦੀ ਆ, ਉਹਦਾ ਹੱਕ ਆ। ਸੈਕਿੰਡ ਥਿੰਗ ਇਹ ਆ ਜੀ, ਇਹਨੇ ਕੁੜੀ ਨੂੰ ਇੱਥੇ ਆਉਣਾ ਨਹੀਂ ਚਾਹੀਦਾ, ਨਾ ਉਹਨੇ ਸੱਦਣਾ ਵਾ, ਨਾ ਇਹ ਪੈਸੇ ਖਰਾਬ ਕਰਨ। ਕਿਉਂਕਿ ਜੇ ਉਹ ਇੰਨੇ ਪੈਸੇ ਪਹਿਲੋਂ ਲੈ ਕੇ ਇਹਨਾਂ ਨੂੰ ਹੋਰ ਮੰਗ ਕਰ ਰਿਹਾ ਪੈਸੇ ਦੀ, ਇੱਥੇ ਕੁੜੀ ਨੂੰ ਸੱਦ ਕੇ ਵੀ ਕੁਛ ਉਹ ਕਰ ਸਕਦਾ। 100% ਸ਼ੋਰਟੀ ਕਿ ਉਹ ਕਰੂਗਾ ਕੁਛ, ਜਾਂ ਉਹਨੂੰ ਮਾਰੂ। ਜੇ ਉੱਥੇ ਮਾਰ ਕੁੱਟ ਸਕਦਾ ਇੰਡੀਆ ਦੇ ਵਿੱਚ, ਤਾਂ ਇੱਥੇ ਕਿਉਂ ਨਹੀਂ ਮਾਰ ਕੁੱਟ ਸਕਦਾ? ਸਵਾਲ ਇਹ ਕਿ ਇਹ ਲਵਪ੍ਰੀਤ ਕਹਿ ਰਹੀ ਆ ਕਿ ਮੈਨੂੰ ਮਾਰਿਆ ਕੁੱਟਿਆ, ਸੰਤ ਪਤਾ ਨਹੀਂ ਕੋਈ ਦੂਜੇ ਪਾਸੇ ਹਾਲ ਤੱਕ ਅਸੀਂ ਕੰਟੈਕਟ ਕਰਨ ਦੇ ਵਿੱਚ ਸਫਲ ਨਹੀਂ ਹੋਏ। ਇਹ ਵਨ ਸਾਈਡ ਸਟੋਰੀ ਰਨ ਕਰ ਰਹੇ ਆ, ਵਨ ਸਾਈਡ ਸਟੋਰੀ। ਤੇ ਬਾਕੀ ਬਾਸੀ ਸਾਹਿਬ ਇਸ ਭੈਣ ਨੂੰ ਇਹੀ ਰਾਏ ਦੇਵਾਂਗੇ ਕਿ ਜੇ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਜੋ ਵੀ ਹੱਕ ਬਣਦਾ ਇਹਨੂੰ ਦੇ ਦੇਣ। ਜੇ ਨਹੀਂ ਦਿੰਦੇ ਤਾਂ ਇਹਦਾ ਕਾਨੂੰਨੀ ਤੌਰ ਤੇ ਉਸ ਘਰ ਵਿੱਚ ਹੱਕ ਆ, ਉੱਥੇ ਜਾ ਕੇ ਰਵੇ। ਜਿੰਨਾ ਚਿਰ ਇਹਨੂੰ ਹੱਕ ਨਹੀਂ ਦਿੰਦੇ ਆਪਦਾ ਗਾਂ ਜ਼ਿੰਦਗੀ ਆਪਦੀ ਬਿਤਾਵੇ। ਇੱਥੇ ਤਾਂ ਉਹ ਬੰਦੇ ਨੇ ਤਾਂ ਇਹਦੀ ਜ਼ਿੰਦਗੀ ਖਰਾਬ ਹੀ ਕਰਨੀ ਆ, ਬੈਟਰ ਨਹੀਂ ਕਰਨੀ। ਬਸ ਮੈਂ ਤਾਂ ਇਹੀ ਕਹਿਣਾ। ਮਿਹਰਬਾਨੀ। ਔਰ ਅਸੀਂ ਸਾਡੀਆਂ ਭੈਣਾਂ ਨੂੰ ਭਰਾਵਾਂ ਨੂੰ ਚਾਹਾਂਗੇ, ਮੇਰੇ ਪਾਸ 2 ਮਿੰਟ ਹੋ ਰਹੇ ਔਰ ਤੁਸੀਂ ਆਪਣਾ ਵਿਚਾਰ ਦਿਓ, ਸਲਾਹ ਦਿਓ, ਸੁਝਾਅ ਦਿਓ ਇਸ ਲੜਕੀ ਨੂੰ। ਇਹ ਲੜਕੀ ਖਾਲਸਾ ਪਿੰਡ ਹੈ, ਕੋਈ ਰਾਏਕੋਟ ਦੇ ਕੋਲ, ਮੈਨੂੰ ਪਤਾ ਨਹੀਂ ਸਾਈਡ ਦਾ, ਅਤੇ ਸੌਰੀ ਰਾਮਗੜ੍ਹ ਨੇ। ਸੋ ਇਹ 18 ਵਿੱਚ ਸ਼ਾਦੀ ਹੋਈ ਸੀ, ਲੜਕਾ ਸੱਦ ਨਹੀਂ ਰਿਹਾ। 20 ਲੱਖ ਰੁਪਏ ਲੈ ਕੇ ਆਇਆ ਸ਼ਾਦੀ ਤੇ, ਕਾਰ ਲੈਣੀ ਕੈਨੇਡਾ ਵਿੱਚ। ਹੁਣ 10 ਲੱਖ ਰੁਪਏ 50 ਮੰਗਦਾ ਸੀ, ਹੁਣ 10 ਲੱਖ ਮੰਗਦਾ। ਔਰ ਆਈ ਡੋਂਟ ਨੋ ਕੀ ਸਟੋਰੀ ਕੀ ਹੈ। ਅੱਛਾ ਜੀ, ਕਾਲਰ ਸਪੀਕ ਯੂਰ ਮਾਈਂਡ। ਓ ਗॉड, ਕਾਲਰ ਸਪੀਕ ਯੂਰ ਮਾਈਂਡ। ਬੋਲੋ ਜੀ ਕਾਲਰ, ਤੁਸੀਂ ਲਾਈਨ ਤੇ ਹੋ? ਲਾਈਨ ਆਫ ਕਰ ਦਿਓ ਪਲੀਜ਼। ਹਾਂਜੀ। ਔਰ ਅਸੀਂ ਆਪਣੇ ਸੋ ਦੱਸੀਏ ਕਿ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ ਆਪਣਾ ਵੋਲਿਊਮ ਜਿਹੜਾ ਤੁਸੀਂ ਬਿਲਕੁਲ ਲੋ ਰੱਖੋ ਔਰ ਇਹ ਜਿਹੜੀ ਖਰਾਬੀ ਹੋ ਰਹੀ ਹੈ ਇਸ ਨੂੰ ਤੁਸੀਂ ਕਰੈਕਟ ਜ਼ਰੂਰ ਕਰੋ। ਹਾਂਜੀ, ਸਾਡੀ ਬੇਨਤੀ ਨੂੰ ਕਬੂਲ ਕਰੋ। ਹਾਂਜੀ, ਕਾਲਰ ਸਪੀਕ ਯੂਰ ਮਾਈਂਡ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ? ਭਾਜੀ ਮੈਨੂੰ ਤਾਂ ਲੱਗ ਰਿਹਾ ਕਿ ਕੁੜੀ ਨਾਲ ਬਹੁਤ ਧੱਕਾ ਹੋਇਆ। ਤੇ ਜਿੱਦਾਂ ਉਹ ਇੱਕ ਹੀ ਉਹ ਜਿਹੜਾ ਭੁੱਲਰ ਲਾਈਕ ਵਰਿੰਦਰ ਭਾਜੀ ਕਹਿ ਕੇ ਗਏ ਨੇ ਕਿ ਉਹਨਾਂ ਦੇ ਘਰ ਜਾ ਕੇ ਬਹਿ ਜਾਣ, ਹੁਣ ਤਾਂ ਇਹੀ ਹੱਲ ਆ। ਤੇ ਭਾਜੀ ਸਿਟੀਜ਼ਨ ਨੂੰ ਨਾਲੇ ਕਹਿੰਦੇ ਕਿ ਜਿੱਦਾਂ ਕੋਰਟ ਜਿਹੜੀ ਉੱਥੇ ਬਣੀ ਆ ਅੱਜ ਕੱਲ, ਕੁੜੀਆਂ ਜਾ ਕੇ ਉੱਥੇ ਦੇਣ ਦਰਖਾਸਤਾਂ, ਉਹ ਬੰਦਾ ਬੁਲਾਉਂਦੇ ਨੇ ਇੱਥੇ, ਉਹ ਸਿਟੀਜ਼ਨ ਲਈ ਨਹੀਂ ਹੈ ਅਲਾਉਡ ਭਾਜੀ। ਨੋ ਸਿਟੀਜ਼ਨ ਵਾਸਤੇ ਕੋਈ ਐਸਾ ਨਹੀਂ ਹੈ, ਕੋਈ ਲਾਅ ਨਹੀਂ ਹੈ। ਔਰ ਕੁਝ ਲੋਕ ਗਲਤ ਗੱਲਾਂ ਕਰਦੇ ਨੇ। ਔਰ ਇੱਕ ਬੰਦਾ ਮੈਨੂੰ ਕਾਲਰ ਇਹ ਵੀ ਕਹਿ ਗਿਆ ਜੀ ਜੇ ਇੱਥੇ ਆ ਵੀ ਜਦ 2 ਸਾਲ ਵਿੱਚ ਵਾਪਸ ਹੋ ਜਾਂਦਾ। ਮੈਂ ਕਿਹਾ ਉਹ ਸਾਰਾ ਕਈ ਲੋਕ ਅਪਡੇਟ ਨਹੀਂ ਹੁੰਦੇ ਆਪਣੇ ਆਪ ਨਾਲ। ਮਿਹਰਬਾਨੀ ਜੀ। ਜੀ ਇੱਥੋਂ ਨਾ ਇਦਾਂ ਦੇ ਜਿਹੜੇ ਇਦਾਂ ਦੇ ਨਾ ਗੰਦੇ ਬੰਦੇ ਨੇ ਜਿਹੜੇ ਇਹ ਕਰਦੇ ਨੇ, ਪਤਾ ਨਹੀਂ ਹੋ ਜੇ ਉਹਨੇ ਕੀਤਾ ਤਾਂ ਰਾਈਟ ਜੀ। ਇਹਨਾਂ ਕਰਕੇ ਜਿਹੜੇ ਬਾਕੀ ਜਿਹੜੇ ਸਹੀ ਵੀ ਨੇ ਉਹਨਾਂ ਦਾ ਵੀ ਨਾਮ ਖਰਾਬ ਹੋ ਰਿਹਾ ਭਾਜੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਔਰ ਨੈਕਸਟ ਕਾਲ ਜਾਂਦੇ ਸੀ। ਨੈਕਸਟ ਕਾਲਰ ਪਲੀਜ਼। ਕਾਲਰ ਸਪੀਕ ਯੂਰ ਮਾਈਂਡ।
ਕਾਲਰ ਤੁਸੀਂ ਲਾਈਨ ਤੇ ਹੋ ਜੀ? ਹਾਂਜੀ ਵਾਸੀ ਜੀ, ਸਤਿ ਸ੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਸਰ? ਤੁਹਾਡਾ ਨਾਮ ਕੀ ਹੈ? ਪਰਮਜੀਤ ਹੈ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ? ਕਿਹੜੇ ਸ਼ਹਿਰ ਚੋਂ? ਐਡਮਿੰਟਨ ਜੀ। ਅੱਛਾ ਜੀ, ਕੀ ਕਹਿਣਾ ਚਾਹੁੰਦੇ? ਬੋਲੋ। ਬਸ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਇਹਨਾਂ ਦੀ ਗੱਲਬਾਤ ਸੁਣ ਕੇ ਵੀ ਜਦੋਂ ਇਸ ਕੁੜੀ ਦਾ ਰਿਸ਼ਤਾ ਉੱਥੇ ਹੋਣ ਲੱਗਿਆ ਸੀ ਜਾਂ ਹੋਇਆ ਸੀ, ਜਦੋਂ ਉਹ ਇੱਥੋਂ ਮੁੰਡਾ ਆਪਣੀ ਮਾਂ ਦੇ ਨਾਲ ਗਿਆ ਜਾਂ ਕਿਸੇ ਨਾਲ ਵੀ ਗਿਆ, ਜਦੋਂ ਉਹਨੇ ਪੈਸਿਆਂ ਦੀ ਮੰਗ ਕਰੀ ਸੀ, ਇਹਨੂੰ ਪਤਾ ਸੀ ਨਾ ਕੁੜੀ ਨੂੰ ਵੀ ਉਹ ਪੈਸੇ ਮੰਗ ਰਹੇ ਨੇ। ਤੇ ਜਦੋਂ ਉੱਥੇ ਪੜ੍ਹੀਆਂ ਲਿਖੀਆਂ ਕੁੜੀਆਂ ਨੇ ਜੀ, ਹੁਣ ਉਹ ਦੌਰ ਤਾਂ ਰਿਹਾ ਨਹੀਂ, 20ਵੀਂ ਸਦੀ ਆ ਇਹ, ਤੇ ਜਦੋਂ ਹੁਣ ਜਦ ਇਹ ਇੰਨਾ ਹੌਸਲਾ ਕਰ ਸਕਦੀ ਹੈ ਰੇਡੀਓ ਤੋਂ ਆਉਣ ਦਾ, ਤੇ ਉਸ ਟਾਈਮ ਉੱਠ ਕੇ ਇਹ ਗੱਲ ਬੜੇ ਆਰਾਮ ਨਾਲ ਕਹਿ ਸਕਦੀ ਸੀ ਵੀ ਜਿਹੜਾ ਬੰਦਾ ਇੱਦਾਂ ਦਾ ਪੈਸੇ ਮੰਗਦਾ ਹੈ ਉਹ ਜ਼ਿੰਦਗੀ ਦੇ ਵਿੱਚ ਇੱਕ ਇਹਦਾ ਕੁੜੀ ਦਾ ਸੌਦਾ ਹੋਇਆ, ਇਹਦੇ ਮਾਂ ਪਿਓ ਨੇ ਬੋਲੀ ਲਾਈ ਹੈ ਤੇ ਉਹਨਾਂ ਨੇ ਮੁੰਡੇ ਵਾਲਿਆਂ ਨੇ ਲਵਾਈ ਹੈ, ਇਹਨਾਂ ਨੇ ਲਾਈ ਹੈ। ਸਾਰੇ ਇਹ ਉਰੇ ਨਹੀਂ, ਇੰਡੀਆ ਦੇ ਵਿੱਚ ਵੀ ਇਹੀ ਹਾਲ ਹੈ। ਇਹ ਕੁੜੀਆਂ ਨੂੰ ਜਿਹੜੀ ਇਹ ਹੈ, ਚਲੋ ਹੋਰ ਵੀ ਸੁਣਦੀਆਂ ਹੋਣਗੀਆਂ, ਕਮ ਸੇ ਕਮ ਇੰਨਾ ਦਿਮਾਗ ਦਾ ਕੰਮ ਕਰਦਾ ਹੈ ਵੀ ਜਦੋਂ ਕੋਈ ਵੀ ਲਾਲਚੀ ਬੰਦਾ ਇਦਾਂ ਦਾ ਕੋਈ 1 ਰੁਪਈਆ ਵੀ ਭਾਵੇਂ ਮੰਗਦਾ, ਉਹਨਾਂ ਕੁ ਦਿਮਾਗ ਦਾ ਇਹਨਾਂ ਦਾ ਕੰਮ ਕਰਦਾ ਵੀ ਬਾਈ ਜਦੋਂ ਉਹਨੇ ਪੈਸੇ ਹੀ ਮੰਗ ਲਏ ਉਹ ਰਿਸ਼ਤਾ ਕਾਹਦਾ ਜੀ, ਉੱਥੇ ਉਹ ਰਿਸ਼ਤੇ ਨਾਲ ਉਹਦੀ ਕੋਈ ਚੀਜ਼ ਹੀ ਨਹੀਂ। ਮਿਹਰਬਾਨੀ ਜੀ, ਬਹੁਤ ਅੱਛਾ। ਤੇ ਦੂਜੀ ਗੱਲ ਇਹ ਬਾਸੀ ਜੀ ਵੀ ਜਦੋਂ ਹੁਣ ਅੱਜ ਜਿਵੇਂ ਗੱਲ ਕਰਦੇ ਨੇ ਵੀ ਉਹਦੇ ਜਾਇਦਾਦ ਤੇ ਉਹਦਾ ਹਿੱਸਾ, ਇਹ ਕੁੜੀ ਦੀ ਜਦੋਂ ਪੱਤੇ ਚਲੇਗੀ, ਇੱਜ਼ਤ ਚਲੇਗੀ ਜੀ, ਉਹਦਾ ਕੋਠੀਆਂ ਕਰਨ ਦਾ ਇਹਨੇ ਕਰਨਾ ਕੀ ਹੈ? ਕੀ ਕਰ ਲੂਗੀ ਇਹ? ਥੈਂਕ ਯੂ ਸੋ ਮਚ, ਥੈਂਕਸ ਕਾਲਰ। ਅਗਲੀ ਕਾਲ ਪਲੀਜ਼। ਕਾਲਰ ਸਪੀਕ ਯੂਰ ਮਾਈਂਡ। ਹੈਲੋ ਬਾਸੀ ਸਾਹਿਬ, ਇਹ ਆਏ ਆ ਵੀ ਪਹਿਲੀ ਗੱਲ ਤਾਂ ਪਹਿਲਾਂ ਹੀ ਗਲਤ ਸੀਗਾ, ਜਦੋਂ ਮੁੰਡੇ ਦਾ ਆਪਾਂ ਧੀ ਪੁੱਤ ਵਿਆਹਣਾ, ਪਿਓ ਹੀ ਨਹੀਂ ਆਇਆ ਹਨਾ, ਉੱਥੋਂ ਹੀ ਦਾਲ ਚ ਕਾਲਾ ਲੱਗਦਾ ਵਾ। ਫਿਰ ਜਦੋਂ ਪੈਸੇ ਮੰਗੇ, ਜਿਹੜਾ ਇੱਧਰੋਂ ਜਾ ਕੇ ਪੈਸੇ ਮੰਗਦਾ ਉਹ ਇੱਧਰ ਕੀ ਕਰਦਾ ਉਹ, ਫਿਰ ਉਹਨੇ ਪਹਿਲਾਂ ਹੀ ਆਪਾਂ ਨੂੰ ਪਤਾ ਹੀ ਇਹ ਗੱਲ ਦਾ ਹਨਾ ਜੀ। ਇਹ ਉੱਥੋਂ ਹੀ ਰੌਂਗ ਹੋ ਗਏ। ਪਹਿਲਾਂ ਜਦੋਂ ਪਿਓ ਹੀ ਨਹੀਂ ਗਿਆ ਉੱਥੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਮਾੜਾ ਜਿਹਾ, ਕੁੜੀ ਵਾਲੇ ਸਹੀ ਆ, ਪਰ ਇਹਨਾਂ ਨੇ ਪੈਸਾ ਦੇ ਕੇ ਗਲਤੀ ਕੀਤੀ ਹੈ। ਜਦੋਂ ਮਾਂ ਪਿਓ ਗਿਆ ਹੀ ਨਹੀਂ ਵਿਆਹ ਦੇ ਉੱਤੇ, ਇਹ ਰੌਂਗ ਕੀਤਾ ਇਹਨਾਂ ਨੇ। ਹੁਣ ਮੁਸ਼ਕਲ ਆ ਵੀ ਪੈਸਾ ਮਿਲੂਗਾ ਇਹਨਾਂ ਬੈਕ ਹਨਾ ਵੀ ਆਦਾ। ਮਿਹਰਬਾਨੀ। ਐਸੇ ਵਨ ਸਾਈਡ ਸਟੋਰੀ ਸੀ, ਕੱਲ ਨੂੰ ਸਟੋਰੀ ਦੇ ਵਿੱਚ ਲਿਆ ਰਹੇ ਆ ਇਸ ਲੜਕੀ ਦੇ ਸਹੁਰਾ ਪਰਿਵਾਰ ਨੂੰ, ਕੋਸ਼ਿਸ਼ ਕਰ ਰਹੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ, ਕਿਉਂਕਿ ਹਾਲੇ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਇਹ ਲੜਕੀ ਆਪ ਕਹਿ ਰਹੀ ਹੈ, ਦੋਸ਼ ਲਾ ਰਹੀ ਹੈ, ਔਰ ਸਾਨੂੰ ਪਤਾ ਸੱਚ ਹੈ ਝੂਠ ਹੈ। ਹਾਂਜੀ, ਨੈਕਸਟ ਕਾਲ ਪਲੀਜ਼ ਜੀ। ਕਾਲਰ ਗੋ ਹੈਡ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ। ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਇਸ ਲੜਕੀ ਨੂੰ? ਮੈਂ ਕਹਿੰਦੀ ਵੀ ਇਹ ਭੈਣ ਬੱਚੀ ਦਾ ਦੁੱਖ ਬਹੁਤ ਸੁਣ ਕੇ, ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਆ, ਸੌਰੀ ਵੀ ਜਿਹੜੇ ਆਪਣੇ ਇੰਡੀਆ ਵਾਲੇ ਆ ਨਾ, ਵੀ ਜੋ ਕੋਈ ਵੀ ਇੱਥੋਂ ਚੱਲਿਆ ਜਾਵੇ ਉਹ ਕਦੇ ਨਹੀਂ ਪਿੱਛਾ ਵੇਖਦੇ ਵੀ ਅਸੀਂ ਇਹਨਾਂ ਦਾ ਪਿੱਛਾ ਵੇਖੀਏ, ਕਿਸੇ ਹੋਰ ਭੈਣ ਭਰਾ ਨੂੰ ਪੁੱਛ ਲਈਏ। ਸਾਨੂੰ ਉੱਥੇ ਇੰਡੀਆ ਵਾਲੇ ਨੂੰ ਇਹਨਾਂ ਨੂੰ ਆਏ ਰਹਿੰਦਾ ਵੀ ਜੇ ਅਸੀਂ ਕਿਸੇ ਨੂੰ ਦੱਸਤਾ ਕਿਤੇ ਉਹ ਆਪਣੀ ਧੀ ਦਾ ਰਿਸ਼ਤਾ ਨਾ ਕਰਦੇ ਆ। ਇਹ ਵੱਡੀ ਸਾਡੇ ਉੱਥੇ ਇੰਡੀਆ ਦੇ ਵਿੱਚ ਕਮਜ਼ੋਰੀ ਆ। ਇਹ ਕਦੇ ਨਹੀਂ ਸੋਚਦੇ ਵੀ ਸਾਡੀ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਆ। ਪਰ ਮੈਂ ਇਹੀ ਕਹਿੰਦੀ ਆ ਵੀ ਚਲੋ ਦੇਖੋ ਉਹਨਾਂ ਨੂੰ ਕੀ ਕਹਿੰਦੇ, ਜਾਂ ਇਹ ਆਪਦੇ ਸੱਸ ਸਹੁਰੇ ਨੂੰ ਪੁੱਛੇ ਵੀ ਹਾਂ ਹੁਣ ਮੈਂ ਕੀ ਕਰਾਂ। ਇਹੀ ਮਸਲਾ ਹੋ ਸਕਦਾ। ਤੁਹਾਡਾ ਸੱਸ ਸਹੁਰਾ ਵੀ ਫੋਨ ਹੀ ਚੁੱਕਦੇ ਆਪਣੇ ਲਾਪਰੀ ਜੇ ਹੋਣਾ ਮੁੰਡਾ ਵੀਰੇ ਉਹ ਲਾਪਰੀ, ਤੁਹਾਡਾ ਸੱਸ ਸਹੁਰਾ ਫੋਨ ਚੁੱਕਦੇ ਜਾਂ ਨਹੀਂ? ਹੁਣ ਨਹੀਂ ਸਰ, ਮੇਰੇ ਸਹੁਰਾ ਸਾਹਿਬ ਹੁਣ ਮੇਰਾ ਫੋਨ ਚੁੱਕਦੇ ਨਹੀਂ ਹੈਗੇ। ਤੂੰ ਸੱਸ ਨੂੰ ਫੋਨ ਕੀਤਾ ਆਪਣੀ ਨੂੰ? ਨਹੀਂ ਸਰ, ਉਹਨਾਂ ਕੋਲੇ ਤਾਂ ਫੋਨ ਹੈ ਨਹੀਂਗਾ, ਤੇ ਮੇਰੇ ਸਹੁਰਾ ਸਾਹਿਬ ਕੋਲੇ ਉਹ ਸਹੁਰਾ ਸਾਹਿਬ ਵਾਲੇ ਫੋਨ ਤੇ ਗੱਲ ਕਰਦੇ। ਨਹੀਂ, ਘਰ ਵਿੱਚ ਤਾਂ ਘਰ ਦਾ ਫੋਨ ਨੰਬਰ ਨਹੀਂ ਤੁਹਾਡੇ ਕੋਲ? ਘਰ ਵਿੱਚ ਜਿਹੜਾ ਫੈਮਿਲੀ ਨੰਬਰ ਹੁੰਦਾ? ਨਹੀਂ ਸਰ, ਮੇਰੇ ਕੋਲ ਘਰ ਦਾ ਫੋਨ ਨੰਬਰ ਨਹੀਂ, ਮੇਰੇ ਕੋਲ ਸਿਰਫ ਓਨਲੀ ਮੇਰੇ ਸਹੁਰਾ ਸਾਹਿਬ ਦਾ ਫੋਨ ਨੰਬਰ ਹੈ। ਓਕੇ ਜੀ, ਨੈਕਸਟ ਕਾਲ ਪਲੀਜ਼। ਪਹਿਲਾਂ ਆਪਾਂ ਵੇਖਦੇ ਨਹੀਂ ਵੀ ਸਾਡੇ ਨਾਲ ਕੀ ਹੋ ਜਾਣਾ, ਬਸ ਆਪਾਂ ਕਹਿੰਦੇ ਬਾਹਰੋਂ ਮੁੰਡਾ ਆ ਗਿਆ ਕਿ 6 ਦਿਨ ਕੁੜੀ ਨੂੰ ਤੋਰ ਦਈਏ ਬਸ। ਮਿਹਰਬਾਨੀ ਜੀ। ਗੌਰਵ ਪੰਜਾਬ ਚ ਅਸੀਂ ਸਰ ਤੁਹਾਨੂੰ 1 ਮਿੰਟ ਦੇ ਰਹੇ, 1 ਮਿੰਟ ਦੇ ਵਿੱਚ ਜੇ ਕਿਸੇ ਨੇ ਆਪਣੇ ਵਿਚਾਰ ਰੱਖਣੇ ਆ ਔਰ ਕੁੜੀ ਨੂੰ ਸਲਾਹ ਦੇਣੀ ਹੈ ਤਾਂ ਤੁਹਾਡੇ ਸੇਵਾ ਵਿੱਚ ਅਸੀਂ ਹਾਜ਼ਰ ਹਾਂ, ਔਰ ਕੱਲ ਨੂੰ ਅਸੀਂ ਫਿਰ ਇਸ ਸੈਗਮੈਂਟ ਨੂੰ ਪੂਰਾ ਕਰਾਂਗੇ। ਔਰ ਮੇਰੇ ਪਾਸ ਸਮਾਂ ਬੜਾ ਘੱਟ ਹੈ, ਆਓ ਗਿਵ ਮੀ ਕਾਲ, ਔਰ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅਸੀਂ 1 ਮਿੰਟ ਦੇ ਵਿੱਚ ਹੀ ਆਪਣੀਆਂ ਕਾਲ ਸੁਣਾਵਾਂਗੇ। ਉਸ ਤੋਂ ਬਾਅਦ ਇਹ ਸੈਗਮੈਂਟ ਜਿਹੜਾ ਹੈ ਫਰੀडम ਆਫ ਸਪੀਚ ਬੰਦ ਕਰ ਦੇंगे। ਹਾਂਜੀ ਕਾਲਰ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਬੋਲੋ ਸਰ। ਸਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਕਹਿ ਰਹੇ ਨੇ ਕਿ ਉਹਨਾਂ ਦੇ ਸੱਸ ਸਹੁਰਾ ਜਿਹੜੇ ਆ ਉਹ ਕਹਿੰਦੇ ਆ ਕਿ ਨਹੀਂ ਮਤਲਬ ਅਸੀਂ ਇਹ ਚੀਜ਼ ਇਨਵੋਲਵ ਨਹੀਂ ਹੈਗੇ, ਕਿ ਮਤਲਬ ਸਾਡਾ ਮੁੰਡਾ ਸਾਡੀ ਮੰਨਦਾ ਨਹੀਂ ਆ, ਇਹ ਝੂਠ ਹੈ ਜੀ। ਮੈਨੂੰ ਤਾਂ ਲੱਗਦਾ ਵੀ ਉਹ ਵੀ ਇਹ ਸਾਰੀ ਮਤਲਬ ਰਲੀ ਭੁਗਤਿਆ ਜੀ। ਇਦਾਂ ਨਹੀਂ ਹੋ ਸਕਦਾ ਵੀ ਮੁੰਡਾ ਆਪਦੇ ਮਾਂ ਪਿਓ ਦੀ ਨਹੀਂ ਮੰਨਦਾ। ਹੁਣ ਉਹ ਕਹਿੰਦੇ ਮੇਰਾ ਫੋਨ ਉਹ ਵੀ ਨਹੀਂ ਚੱਕ ਰਹੇ, ਸੱਸ ਸਹੁਰਾ ਵੀ ਨਹੀਂ, ਮਤਲਬ ਉਹ ਨਾਲ ਹੀ ਆ। ਆਈ ਸੀ, ਬੜੀ ਮਿਹਰਬਾਨੀ। ਔਰ ਲਵਪ੍ਰੀਤ, ਅਸੀਂ ਜੇ ਕੱਲ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਟਾਈ ਅਪ ਹੋ ਗਿਆ, ਤੁਹਾਨੂੰ ਅਸੀਂ ਪੰਜਾਬ ਤੋਂ ਫਿਰ ਲਾਈਨ ਤੇ ਲੈ ਕੇ ਆਵਾਂਗੇ। ਔਰ ਤੁਸੀਂ ਮੈਨੂੰ ਵਾਅਦਾ ਕਰ ਜਾਣ ਤੋਂ ਪਹਿਲਾਂ ਕਿ ਤੁਸੀਂ ਜੇ ਤੁਹਾਡਾ ਸੱਸ ਜੀ ਜਾਂ ਸਹੁਰਾ ਸਾਹਿਬ ਜਾਂ ਤੁਹਾਡਾ ਪਤੀ ਪਰਮੇਸ਼ਰ ਕੋ ਤੁਹਾਡਾ ਡਿਵੋਰਸ ਨਹੀਂ ਹੋਇਆ ਹਲੇ, ਤਾਂ ਤੁਸੀਂ ਜ਼ਰੂਰ ਪਾਰਟਿਸਿਪੇਟ ਕਰਨ ਲਈ ਕਾਲ ਕਰੋਗੇ। ਇਹ ਤੁਸੀਂ ਕਹਿਣ ਨੂੰ ਤਿਆਰ ਹੋ? ਤੁਸੀਂ ਕੱਲ ਨੂੰ ਫਿਰ ਆਓਗੇ ਲਾਈਨ ਤੇ? ਹਾਂਜੀ ਸਰ, ਮੈਂ ਆਉਂਗੀ ਲਾਈਨ ਤੇ। ਆਈ ਸੀ। ਗੌਰਵ ਪੰਜਾਬ ਮੇਰੇ ਖਿਆਲ ਕਿ ਸਾਡੀ ਇਸੀ ਅੱਜ ਦਾ ਸੈਗਮੈਂਟ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੀ ਫਰੀडम ਆਫ ਸਪੀਚ ਜਿਸ ਦੇ ਵਿੱਚ ਪੰਜਾਬ ਤੋਂ ਕਾਲਸਾ ਪਿੰਡ ਦੀ ਧੀ ਜਿਸ ਨੇ ਗੱਲਬਾਤ ਕੀਤੀ ਕਿ ਇਹਦੀ ਸ਼ਾਦੀ ਸਰੀ ਵਿੱਚ ਹੋਈ ਆ,
ਔਰ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਅੱਗੇ ਚੱਲ ਕੇ ਕੁਝ ਹੋਰ ਤੁਹਾਡੇ ਲਈ ਪੇਸ਼ ਕਰਦੇ ਹਾਂ। ਆਈ ਥਿੰਕ ਵੀ ਹੈਵ ਏ ਲਾਸਟ ਕਾਲ, ਸੋ ਅਸੀਂ ਮੈਂ ਵੀ ਡਾਇਰੈਕਸ਼ਨ ਲੈ ਰਹੇ ਹਾਂ ਕਿ ਇਫ ਐਨੀਵਨ ਪਲੀਜ਼। ਹਾਂਜੀ, ਗੌਰ ਪੰਜਾਬ, ਇਸ ਸਾਡਾ